ਆਦਿ ਕਰਉ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੇ। ਦੁਇ ਕਰ ਜੋਰ ਕਰਉ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ, ਗੁਰੂ ਨਾਨਕ ਸੁਖ ਸਿੰਧੁ ਕੋ ਹਾਥ ਜੋਰ ਪ੍ਰਣਾਮ। ਜਿਸ ਕਰਣਾ ਤੇ ਵੜ ਅਗੇ, ਪਾਵਹਿ ਗਤ ਵਿਸ਼ਰਾਮ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ। ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਵਡਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ, ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਵਡਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਰੰਪਾਰ ਕਿਰਪਾ ਮਿਹਰ ਬਖਸ਼ਿਸ਼ ਦਾ ਸਦਕਾ ਪ੍ਰਬੰਧਕਾਂ ਦੇ ਸ੍ਰੇਸ਼ਟ ਉਦਮ ਦੁਆਰਾ ਆਪ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਗਤੀ ਦੇ ਨਾਲ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੜੀ ਮਹਾਨ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਪਵਿੱਤਰ ਬਾਣੀ ਦਾ ਨਿਤਨੇਮ, ਸ਼੍ਰੀ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਔਰ ਰਾਗੀ ਸਿੰਘਾਂ ਤੋਂ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦਾ ਕੀਰਤਨ
ਔਰ ਭਾਈ ਤਰਸੇਮ ਸਿੰਘ ਜੀ ਤੋਂ ਬੜੇ ਪਿਆਰ ਦੇ ਨਾਲ ਇਹ ਜੋ ਮਹੀਨਾ ਉਹਦਾ ਆਰੰਭ ਹੋਇਆ, ਇਹਦੇ ਅੰਦਰ ਜਿਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਵਿੱਚ ਧਰਮ ਯੁੱਧ ਲੜੇ ਔਰ ਸਾਹਿਬਜ਼ਾਦਿਆਂ ਦੀਆਂ, ਮਾਤਾ ਜੀ ਦੀਆਂ ਸ਼ਹੀਦੀਆਂ, ਬੇਅੰਤ ਸਿੰਘਾਂ ਦੀਆਂ ਸ਼ਹੀਦੀਆਂ, ਇਹ 5 ਪੋਹ ਤੋਂ ਲੈ ਕੇ 13 ਪੋਹ ਤੱਕ ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਚੱਲਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਕੌਤੁਕ ਵਰਤਾਏ। ਉਸ ਸਮੇਂ ਇੱਕ ਗੁਰਸਿੱਖ ਦੇ ਕੋਲ ਪਾਰਸ ਸੀ। ਗੁਰੂ ਸਾਹਿਬ ਨੂੰ ਭੇਟ ਕੀਤਾ ਕਿ ਇਸ ਵੇਲੇ ਮਾਇਆ ਦੀ ਬੜੀ ਲੋੜ ਹੈ। ਉਹ ਵੱਟੀ ਹੈ, 7 ਤਾਤਾਂ ਨੂੰ ਸੋਨਾ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰੂ ਮਹਾਰਾਜ ਨੂੰ ਜਦੋਂ ਭੇਟ ਕੀਤੀ, ਮਹਾਰਾਜ ਪੁੱਛਦੇ ਵੀ ਕੀ ਚੀਜ਼ ਹੈ? ਕਹਿੰਦੇ ਮਹਾਰਾਜ ਪਾਰਸ ਹੈ ਅਤੇ ਇਸ ਵੇਲੇ ਜੰਗ ਯੁੱਧ ਚੱਲ ਰਹੇ ਹੈ, ਖਰਚ ਪਾਣੀ ਦੀ ਲੋੜ ਹੈ ਅਤੇ ਸੋਨਾ ਬਣਾ ਲਾਂਗੇ, ਉਹਦੇ ਦੁਆਰਾ ਫਿਰ ਲੋੜਾਂ ਪੂਰੀਆਂ ਹੋਣਗੀਆਂ। ਮਹਾਰਾਜ ਤਾਂ ਕੌਤੁਕ ਕਰ ਰਹੇ ਆ। ਉਹ ਬੱਟੀ ਚੱਕ ਕੇ ਚਰਨ ਗੰਗਾ ਵਿੱਚ ਸੁੱਟ ਦਿੱਤੀ। ਕਹਿਣ ਲੱਗਾ ਮਹਾਰਾਜ ਬੜੀ ਮੁਸ਼ਕਿਲ ਨਾਲ ਮੈਨੂੰ ਮਿਲੀ ਸੀ, ਮੈਂ ਤਾਂ ਪਰਉਪਕਾਰ ਵਾਸਤੇ ਭੇਟ ਕੀਤੀ ਸੀ, ਆਪ ਜੀ ਨੇ ਮੇਰੇ ਤੋਂ ਵੀ ਗਵਾਈ ਅਤੇ ਚੱਕ ਕੇ ਨਦੀ ਵਿੱਚ ਸੁੱਟ ਦਿੱਤੀ ਹੈ। ਮਹਾਰਾਜ ਕਹਿੰਦੇ ਇਉਂ ਕਰ, ਤੂੰ ਨਦੀ 'ਚੋਂ ਆਪਣੀ ਪਛਾਣ ਕੇ ਲੈ ਆ। ਜਦੋਂ ਦੇਖਿਆ ਉੱਥੇ ਕਈ ਪਾਰਸ ਦੀਆਂ ਵੱਟੀਆਂ ਪਈਆਂ, ਗੱਜ ਕੇ ਬੋਲੋ। ਸੋ ਮਹਾਰਾਜ ਨੇ ਦੱਸਿਆ ਕਿ ਗੁਰੂ ਪਿਆਰਿਓ, ਇਹ ਧਰਤੀ ਵਿੱਚ ਸੋਨੇ ਦੀਆਂ ਖਾਣਾਂ ਕਿਹਨੇ ਪੈਦਾ ਕੀਤੀਆਂ? ਚਾਂਦੀ ਹੈ, ਤਾਂਬਾ ਹੈ, ਲੋਹਾ ਹੈ, ਪਿੱਤਲ ਹੈ। ਇਹ ਮੁੱਖ ਧਾਤਾਂ ਹਨ। ਪਾਰਾ ਹੈ, ਅਬਰਕ ਹੈ, ਇਹ ਉਪ ਧਾਤਾਂ ਹੈਗੀਆਂ। ਕਹਿਣ ਲੱਗੇ ਪਰਮਾਤਮਾ ਨੇ ਪੈਦਾ ਕੀਤੀਆਂ ਅਤੇ ਹੁਣ ਇਨਸਾਨ ਦੇ ਮਨ 'ਤੇ ਭੁਲੇਖਾ ਕਿ ਪਰਮਾਤਮਾ ਕਈ ਵਾਰ ਨਿਰਗੁਣ ਸਰੂਪ ਔਰ ਕਦੇ ਕਦੇ ਸਰਗੁਣ ਸਰੂਪ ਧਾਰ ਕੇ ਆਉਂਦੇ ਆ। ਬਾਣੀ ਉਹਨਾਂ ਦਾ ਸ਼ਬਦ ਸਰੂਪ ਹੈ। ਇਹ ਸੰਗਤ ਵੀ ਮਹਾਰਾਜ ਦਾ ਰੂਪ ਹੈ। ਬਾਕੀ ਜਿੰਨਾ ਇਹ ਦਿਸਦਾ ਅਣਦਿਸਦਾ ਸੰਸਾਰ, ਕਰੋੜਾਂ ਖੰਡ ਬ੍ਰਹਿਮੰਡ ਜੋ ਕੁਝ ਵੀ ਹੈ, ਇਹ ਸਾਰਾ ਮਾਲਕ ਦਾ ਹੀ ਸਰੂਪ ਹੈ ਨਾ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਬਾਸ। ਭਾਵੇਂ ਉਹਨੇ ਆਪਣੀ ਸ਼ਰਧਾ ਇਸ ਢੰਗ ਨਾਲ ਪ੍ਰਗਟ ਕੀਤੀ, ਪਰ ਫਿਰ ਵੀ ਬੁੱਧੀ 'ਤੇ ਇੱਕ ਮਾਇਆ ਦਾ ਪਰਦਾ ਹੁੰਦਾ ਵੀ ਸ਼ਾਇਦ ਮਹਾਰਾਜ ਪਾਰਸ ਦੀਆਂ ਵੱਟੀਆਂ ਨੇ ਕੰਮ ਚਲਾਉਂਦੇ ਆ, ਅਤੇ ਮਹਾਰਾਜ ਤਾਂ ਕਰਨ ਕਰਨ ਸਮਰਾਥਾ, ਹਰ ਸਿਮਰਤ ਸਭ ਦੁੱਖ ਲਾਥਾ। ਮਹਾਰਾਜ ਕਹਿੰਦੇ ਅਸੀਂ ਤਾਂ ਇਹ ਜਿਹੜੇ ਖਾਲਸੇ ਆ, ਇੱਕ ਤਾਂ ਹਿੰਦੁਸਤਾਨ ਦੀ ਪ੍ਰਜਾ ਸਾਹਸ ਤੋਂ ਹੀਨ ਹੋ ਗਈ ਹੈ। ਦੇਵੀ ਦੇਵਤਿਆਂ ਦੇ ਭਰੋਸਾ ਰੱਖਦੇ ਸੀ, ਉਹ ਇਹਨਾਂ ਦੀ ਮਦਦ ਲਈ ਕੋਈ ਬੌੜੀ ਨਹੀਂ ਕੀਤੀ। ਅਤੇ ਗੁਰੂ ਮਹਾਰਾਜ ਨੇ 9ਵੇਂ ਪਾਤਸ਼ਾਹ ਨੇ ਦੀ ਬੇਨਤੀ ਤੋਂ ਸ਼ਹੀਦੀ ਦਿੱਤੀ ਹੈ ਇਹਨਾਂ ਦੇ ਧਰਮ ਦੀ ਰੱਖਿਆ ਲਈ।
ਤੇ ਦੂਸਰਾ ਫਲਸਫਿਆਂ ਦੀ ਸਿਰਜਣਾ ਕੀਤੀ ਹੈ ਕਿ ਤੁਸੀਂ ਹੁਣ ਆਪ ਅਕਾਲ ਪੁਰਖ ਦੀ ਓਟ ਲੈ ਕੇ ਬਲ ਧਾਰ ਕੇ ਜ਼ੁਲਮ ਦਾ ਨਾਸ਼ ਕਰੋ, ਧਰਮ ਸਥਾਪਨ ਕਰੋ। ਇਹ ਪ੍ਰਯੋਜਨ ਹੈ ਇਹਨਾਂ ਦੇ ਅੰਦਰ ਸੂਰਵੀਰਤਾ, ਸਾਹਸ ਨੂੰ ਪੈਦਾ ਕਰਨ ਵਾਸਤੇ। ਬਾਕੀ ਆ ਜਿਹੜੇ ਫਾਕੇ ਛਾਕੇ ਰਖਾ ਰਹੇ हैं, ਇਹਨਾਂ ਦੇ ਮਨ ਬੁੱਧੀ ਨੂੰ ਸ਼ੁੱਧ ਕਰਕੇ ਅਸੀਂ ਇਹਨਾਂ ਨੂੰ ਆਤਮਾ ਗਿਆਨ ਦੇਣਾ ਚਾਹੁੰਦੇ ਹਾਂ। ਗੱਜ ਕੇ ਬੋਲੋ ਮੁਕਤ ਪਥ। ਇਸ ਵਾਸਤੇ ਗੁਰਸਿੱਖਾ, ਹੁਣ ਤੈਨੂੰ ਜਿੰਨੇ ਹੋਰ ਪਾਰਸ ਚਾਹੀਦੇ ਤੇ ਚੁੱਕ ਕੇ ਲੈ ਜਾ। ਤੇ ਹਜ਼ੂਰ ਸਾਹਿਬ ਵੀ ਇੱਕ ਨੇ ਨਗੀਨਾ ਭੇਟ ਕੀਤਾ ਸੀ, ਉੱਥੇ ਨਗੀਨਾ ਘਾਟ ਗੁਰਦੁਆਰਾ ਸਾਹਿਬ ਹੈ, ਉਹਦਾ ਵੀ ਸ਼ੰਕਾ ਮਾਰਨ ਦੂਰ ਕੀਤਾ ਸੀ। ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ ਸੀ, ਉੱਥੇ ਹੀਰਾ ਘਾਟ ਸਾਹਿਬ ਗੁਰਦੁਆਰਾ, ਕਿੰਨੇ ਹੀਰੇ ਦਿਖਾਲ ਦਿੱਤੇ ਸੀ। ਮਹਾਰਾਜ ਦੇ ਕੌਤਕ ਆਏ। ਸੋ ਇਸ ਵਾਸਤੇ ਇਨਸਾਨ ਆਪਣੀ ਸੋਚ ਦੁਆਰਾ ਕਰਦਾ ਹੈ, ਤੇ ਗੁਰੂ ਮਹਾਰਾਜ ਤਾਂ ਆਪ ਸਰਵਾਗਿਆ ਸਮਰੱਥਿਆ ਸਰਵ ਸ਼ਕਤੀ ਮਾਨਿਆ ਕਿ ਉਹਨਾਂ ਦੇ ਸੰਕਲਪ ਵਿੱਚ ਇਹ ਸਾਰਾ ਖੇਲ ਬਣਿਆ ਹੋਇਆ। ਸੰਕਲਪ ਨੂੰ ਦੂਏ ਪਾਸੇ ਕਰ ਲੈਣ, ਖਿਨ ਮੈਂ ਉਪਤ ਪਰਲੋ ਕਰਤਾ। ਖਿਨ ਵਿੱਚ ਉਤਪਤੀ ਕਰ ਲੈਂਦੇ ਆ, ਖਿਨ ਵਿੱਚ ਪਰਲੋ ਕਰ ਦਿੰਦੇ ਆ। ਸਮਰੱਥ ਜੂ ਹੋਏ। ਇਸ ਵਾਸਤੇ ਇਹ ਸਾਰੇ ਜਿਹੜੇ ਖੇਲ ਆ, ਹੁਣ ਜਦੋਂ ਗੁਰੂ ਨਾਨਕ ਸਾਹਿਬ ਗਏ ਆ, ਨਾ ਆਪ ਲੜੂ ਨਾ ਫੌਜ ਲੜਾਊ, ਇਕੱਲੇ ਹੀ ਜਾਂਦੇ ਸੀ, ਸਾਰਾ ਕੁਛ ਹੀ ਕਰਦੇ ਸੀ। ਉਹਨਾਂ ਨੂੰ ਕਿਹੜੇ ਬਾਦਸ਼ਾਹ ਨਹੀਂ ਮਿਲੇ। ਬਾਬਰ ਮਿਲਿਆ, ਅਬਰਾਹਿਮ ਲੋਧੀ ਮਿਲਿਆ, ਲਾਜਵਰਦ ਮਿਲਿਆ, ਕਾਰੂ ਹਾਰੂ ਮਿਲੇ, ਕਿੰਨੇ ਮਿਲੇ। ਉਹਨਾਂ ਦੇ ਜ਼ੁਲਮਾਂ ਦਾ ਕਿਸ ਤਰ੍ਹਾਂ ਸ਼ਬਦ ਨੇ ਨਾਸ਼ ਕੀਤਾ। ਕਿਆ ਦਸਮ ਪਾਤਸ਼ਾਹ ਉਹੋ ਹੀ ਜੋਤ ਨੇ। ਪਰ ਇੱਥੇ ਦੇ ਜਿਹੜੇ ਲੋਕ ਸਾਹਸ ਤੋਂ ਹੀਨ ਹੋ ਚੁੱਕੇ ਸੀ, ਕਾਇਰ ਹੋ ਚੁੱਕੇ ਸਨ, ਉਹਨਾਂ ਦੇ ਅੰਦਰ ਸੂਰਵੀਰਤਾ ਅਣਖ ਭਰਨ ਵਾਸਤੇ ਇਹ ਮਹਾਰਾਜ ਸਾਰੇ ਖੇਲ ਕੌਤਕ ਕਰ ਰਹੇ ਆ। ਸੋ ਇਸ ਕਰਕੇ ਸੱਚੇ ਪਾਤਸ਼ਾਹ ਦੀ ਇਹ ਆਪਣੀ ਲੀਲਾ ਹੈਗੀ ਆ। ਤੇ ਇਹਨਾਂ ਦਿਨਾਂ ਵਿੱਚ ਮਹਾਰਾਜ ਨੇ ਕਿੰਨੇ ਜੰਗ ਯੁੱਧ ਕਿਸ ਤਰ੍ਹਾਂ ਹੋਏ। ਤੇ ਜੇ ਹੁਣ ਵੈਸੇ ਦੇਖਿਆ ਜਾਏ ਕਿ ਇੱਕ ਐਡਾ ਵੱਡਾ ਸ਼ਕਤੀਸ਼ਾਲੀ ਡਿਕਟੇਟਰ ਰਾਜਾ ਹੈ, ਤੇ ਆਮ ਬੰਦੇ ਦਾ ਮੁਕਾਬਲਾ ਕਰਨਾ ਤਾਂ ਬੜਾ ਕਠਿਨ ਹੈ। ਤੇ ਮਹਾਰਾਜ ਦੇ ਦੇਖ ਲਓ ਕੈਸੇ ਕੌਤਕ ਹੈਗੇ ਆ। ਕਦੀ ਲੋਹਗੜ੍ਹ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਪਹਾੜੀ ਰਾਜੇ ਮਸਤਿਆ ਹਾਥੀ ਭੇਜਦੇ, ਤੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਭਈ ਅੱਜ ਆਹ ਕੁਝ ਕਰ ਰਹੇ, ਮਸਤਿਆ ਹਾਥੀ ਭੇਜ ਰਹੇ। ਮਹਾਰਾਜ ਕਹਿੰਦੇ ਕੋਈ ਨਹੀਂ, ਸਾਡੇ ਕੋਲ ਦੂਨੀ ਚੰਦ ਹੈਗਾ। ਉਹ ਬੜਾ ਮੋਟਾ ਤਾਜ਼ਾ ਸੀ। ਜਿਲੇ ਉਹਨੂੰ ਪਤਾ ਲੱਗਾ ਕਿ ਮੈਨੂੰ ਤਾਂ ਅਣਿਆਈ ਮੌਤ ਲੱਗੇ ਮਰਾਉਣ, ਉਹਨੇ ਆਪਣੇ ਸਾਥੀ ਸੰਗੀ ਇਕੱਠੇ ਕੀਤੇ ਵੀ ਆਪਾਂ ਹੁਣ ਭਗੌੜੇ ਹੋ ਚੱਲੀਏ। ਕਿਲ੍ਹੇ ਦੇ ਦਰਵਾਜ਼ੇ ਤਾਂ ਬੰਦ ਆ, ਮੋਹਰੇ ਇਹਨੂੰ ਸ਼ਸਤਰਧਾਰੀ ਸੂਰਵੀਰ ਪਹਿਰਿਆਂ 'ਤੇ ਖੜੇ, ਨਿਕਲਣਾ ਕਿੱਥੋਂ। ਖੇਂਜ ਰੱਸਾ ਜਿਹੜਾ ਹੁੰਦਾ ਨਾ, ਦੇਖਿਆ ਕਿ ਨਹੀਂ, ਤੁਹਾਨੂੰ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਣਾ। ਖੇਂਜ ਰੱਸਾ ਹੁੰਦਾ ਸੀ ਨਾ ਸਣ ਦਾ ਮੋਟਾ, ਉਹ ਸਿੱਟ ਕੇ ਫਿਰ ਦੁਨੀ ਚੰਦ ਨੂੰ ਕਿਲ੍ਹੇ ਦੀ ਕੰਧ ਤੋਂ ਉਤਾਰੀਏ। ਇੱਕ ਤਾਂ ਉਹ ਭਾਰ ਜ਼ਿਆਦਾ ਸੀ, ਉਹਨਾਂ ਰੱਸਾ ਟੁੱਟ ਗਿਆ ਅਤੇ ਲੱਤ ਟੁੱਟ ਗਈ, ਅਤੇ ਜੋਰੀ ਚੱਕ ਕੇ ਲੈ ਗਏ। ਗਿਆ ਅਤੇ ਸੱਪ ਲੜ ਕੇ ਮਰ ਗਿਆ। ਅਤੇ ਮਹਾਰਾਜ ਨੂੰ ਕਹਿੰਦੇ ਮਾਰਾ ਪਿਓ ਦੁਨੀ ਚੰਦ ਤਾਂ ਭਗੌੜਾ ਹੋ ਗਿਆ,
ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦੇ ਸੁਪੁੱਤਰ ਔਰ ਬਾਬਾ ਉਦੈ ਸਿੰਘ ਮਹਾਰਾਜ ਦੇ ਜਰਨੈਲ ਸੀ ਵੱਡੇ, ਦੂਏ ਬਚਿੱਤਰ ਸਿੰਘ, ਮਹਾਰਾਜ ਨੇ ਉਹਨੂੰ ਥਾਪੜਾ ਦੇ ਦਿੱਤਾ। ਇਹ ਤਾਂ ਕਲਾ ਤੋਂ ਵਰਤਣੀ ਮਹਾਰਾਜ ਦੀ, ਜਿਹਦੇ 'ਚ ਮਰਜ਼ੀ ਰੱਖ ਦੇਣ। ਇਹ ਤਾਂ ਚਲੋ ਉਹਨਾਂ ਦੇ ਸਿੰਘ ਆ। ਅਤੇ ਬਾਣੀ ਕਹਿੰਦੀ ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੈ ਲਸਕਰ ਕੋਟ ਲੱਖੈ। ਕਲਾ ਤਾਂ ਮਹਾਰਾਜ ਦੀ ਵਰਤਦੀ ਨਾ। ਗੀਤਾ ਪੜ੍ਹੀਏ, ਅਰਜਨ ਹਥਿਆਰ ਛੁੱਟ ਗਿਆ ਅਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਜੇ ਮਹਾਂਭਾਰਤ ਦੇ ਯੁੱਧ 'ਚ ਨਾ ਵੀ ਮਾਰੋ, ਮਰਨੇ ਤਾਂ ਫਿਰ ਵੀ ਹੈਗਾ ਹੀ ਆ। ਇਹ ਤਾਂ ਅੱਗਾ ਪਿੱਛਾ ਹੀ ਆ, ਮੌਤ ਤਾਂ ਇੱਕ ਦਿਨ ਆਉਣੀ ਆਉਣੀ ਆ। ਉਹਨੇ ਫਿਰ ਵਿਰਾਟ ਰੂਪ ਦਿਖਾ ਲਿਆ, ਇਹ ਤਾਂ ਸਾਰੇ ਮਾਰੇ ਪਏ ਆ, ਤੇਰਾ ਤਾਂ ਇੱਕ ਨਿਮਿੱਤ ਹੀ ਬਣਾਉਣ ਡਏ ਆ। ਗੱਜ ਕੇ ਬੋਲੋ, ਕਰਨਾ ਤਾਂ ਸਾਰਾ ਕੁਛ ਅਸੀਂ ਆ, ਤੈਨੂੰ ਇੱਕ ਨਿਮਿੱਤ ਬਣਾ ਰਹੇ। ਸੋ ਮਹਾਰਾਜ ਤਾਂ ਆਪ ਹੀ ਕਰਦੇ ਹੈ। ਇਹ ਥਾਪੜਾ ਦੇ ਦਿੱਤਾ, ਨਾਗਣੀ ਦੇ ਦਿੱਤੀ, ਅਤੇ ਉਹਦੇ ਵੱਲੋਂ 7 ਤਵੀਆਂ ਬਿੰਨ ਕੇ ਉਹਦੇ ਸਿਰ ਨੂੰ ਕਿਵੇਂ ਬਿੰਨਿਆ, ਤਵੀਆਂ ਬੰਨ੍ਹੀਆਂ ਸੀ, ਕਿਰਪਾਨਾਂ ਬੰਨ੍ਹੀਆਂ ਸੀ, ਨਸ਼ਾ ਦੇ ਕੇ ਮਤਵਾਲਾ ਕੀਤਾ ਸੀ ਪਾਗਲ। ਉਹ ਭੇਜਿਆ ਤਾਂ ਇੱਧਰ ਨੂੰ ਸੀ, ਉਹ ਸਗੋਂ ਉਹਨਾਂ ਦਾ ਨੁਕਸਾਨ ਕਰਦਾ ਦੌੜ ਗਿਆ। ਉਹ ਨਾਗਣੀ ਅੱਜ ਵੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ। ਜਦੋਂ ਕਿਤੇ ਜਾਓ ਦਰਸ਼ਨ ਕਰ ਲਿਓ, ਕਿਉਂਕਿ ਮਹਾਰਾਜ ਦੀ ਕਲਾ ਜਿਹੜੀ ਹੈ ਉਹ ਵਰਤਦੀ ਹੈ। ਉਹ ਉਹਨਾਂ ਦੀ ਮੌਜ ਹੈ ਕਿ ਸ਼ਬਦ ਦੁਆਰਾ ਕਰਨੀ ਹੈ। ਸ਼ਬਦ ਜਿਹੜਾ ਉਹਦਾ ਸੰਬੰਧ ਹੈਗਾ ਸ਼ਾਸਤਰ ਨਾਲ। ਸ਼ਾਸਤਰ ਨਾਮ ਹੈ ਗ੍ਰੰਥ ਦਾ। ਅਤੇ ਦੂਜੀ ਕਲਾ ਸ਼ਸਤਰ ਹਥਿਆਰ ਦੀ ਆ। ਚਾਹੇ ਹਥਿਆਰ ਦੁਆਰਾ ਕਰਾ ਦੇਣ, ਚਾਹੇ ਬਚਨ ਦੁਆਰਾ ਕਰ ਦੇਣ, ਕਲਾ ਉਹਨਾਂ ਦੀ ਵਰਤਣੀ ਹੈ। ਅਤੇ ਜੇ ਉਹਨਾਂ ਦੀ ਪਿੱਛੋਂ ਬਰਕਤ ਨਾ ਹੋਵੇ ਅਤੇ ਫਿਰ ਕਿਸੇ ਪਾਸੇ ਵੀ ਬੰਦਾ ਕਾਮਯਾਬ ਨਹੀਂ ਹੁੰਦਾ। ਉਹੋ ਹੀ ਅਰਜਨ ਸੀ ਨਾ, ਜਦੋਂ ਕ੍ਰਿਸ਼ਨ ਮਹਾਰਾਜ ਜਾਣਾ ਸੀ, ਕਹਿੰਦੇ ਅਰਜਨ ਸਾਰੇ ਆ ਗੋਪੀਆਂ ਦੀ ਸੇਵਾ ਸੰਭਾਲ ਕਰਨੀ ਆ, ਗਰੀਬ ਲੋਕਾਂ ਦੀ। ਮਹਾਰਾਜ ਸਮਾਗਮ ਅਰਜਨ ਆਇਆ, ਉਹ ਭੀਲਾਂ ਨੇ ਸਾਰਾ ਕੁਛ ਖੋਹ ਲਿਆ। ਕਹਿੰਦੇ ਤੂੰ ਤਾਂ ਬੜਾ ਸੂਰਵੀਰ ਸੀ। ਅਤੇ ਫਿਰ ਲਿਖਿਆ ਨਾ ਉੱਥੇ ਕਿ ਸਮਾਂ ਸਮੇਂ ਸਮਰੱਥ ਅਰਜਨ ਗਵਾਈਆਂ ਗੋਪੀਆਂ, ਉਹੀ ਧਨ ਛ ਅਤੇ ਉਹੀ ਹੱਥ। ਉਹੀ ਧਨ ਸੀਗਾ, ਉਹੀ ਹੱਥ ਸੀਗੇ, ਕਿਉਂਕਿ ਕਲਾ ਵਾਲਾ ਚਲੇ ਗਿਆ। ਕਲਾ ਪਿੱਛੇ ਕ੍ਰਿਸ਼ਨ ਮਹਾਰਾਜ ਵਰਤੇ ਸੀ। ਇਸ ਤਰ੍ਹਾਂ ਅੱਜ ਕਲਾ ਸ਼ਕਤੀ ਜਿਹੜੀ ਹੈ ਉਹ ਮਹਾਰਾਜ ਦੀ ਵਰਤਦੀ ਹੈ। ਲੀਲਾ ਉਹਨਾਂ ਦੀ ਹੁੰਦੀ ਹੈ। ਭਗਵਾਨ ਹਰ ਯੁੱਗ ਵਿੱਚ ਰੂਪ ਧਾਰ ਕੇ ਆਉਂਦੇ ਆ। ਯੁੱਗ ਯੁੱਗ ਸਤਿਗੁਰ ਧਰੇ ਅਵਤਾਰਾ। ਕਿਉਂਕਿ ਜਦੋਂ ਸ੍ਰਿਸ਼ਟੀ ਦੇ ਉੱਤੇ ਇਸ ਤਰ੍ਹਾਂ ਦਾ ਵਾਤਾਵਰਨ ਬਣ ਜਾਂਦਾ ਨਾ, ਜਬ ਜਬ ਅਰਿਸ਼ਟ ਹੋਤ, ਪਾਪ ਕਰਮ ਹੁੰਦੇ ਆ, ਸਾਧੂ ਲੋਕਾਂ ਨੂੰ ਲੋਕ ਭਜਨ ਨਹੀਂ ਕਰਨ ਦਿੰਦੇ, ਦੁਸ਼ਟਪੁਣਾ ਵੱਧ ਜਾਂਦਾ। ਇਹ ਸੰਸਾਰ ਬਗੀਚੇ ਦਾ ਮਾਲੀ ਪਰਮੇਸ਼ਰ ਹੈ। ਰਾਜਾ ਜਿਹੜਾ ਇਸ ਪਰਜਾ ਦੀ ਰੱਖਿਆ ਲਈ ਆਉਂਦਾ, ਅਤੇ ਜਦੋਂ ਆਪਣਾ ਕਰਮ ਧਰਮ ਛੱਡ ਕੇ ਬਾੜ ਖੇਤ ਨੂੰ ਖਾਣ ਲੱਗ ਜਾਏ, ਫਿਰ ਪਰਜਾ ਵੱਲੋਂ ਅਰਦਾਸ ਫਰਿਆਦ ਅਰਜ਼ੋਈ ਕੀਤੀ ਜਾਂਦੀ ਹੈ। ਫਿਰ ਭਗਵਾਨ ਯੁਗਾਂ ਯੁਗਾਂ ਦੇ ਵਿੱਚ
ਆਪਣੇ ਆਪ ਨੂੰ ਪ੍ਰਗਟ ਕਰਦੇ ਆ। ਇਸ ਕਲਯੁਗ ਦੇ ਅੰਦਰ 10 ਜਾਮਿਆਂ 'ਚ ਮਹਾਰਾਜ ਆਏ, ਉਹਨਾਂ ਨੇ ਸਮੇਂ ਸਮੇਂ ਨਾਲ ਬੇਅੰਤ ਕੌਤਕ ਕੀਤੇ ਹੈ। ਇਸ ਮਹੀਨੇ ਦੇ ਅੰਦਰ ਕਿਸ ਤਰ੍ਹਾਂ ਧਰਮ ਯੁੱਧ ਲੜੇ ਗਏ। ਹੁਣ ਦੇਖੋ, ਇੱਕ ਥੋੜ੍ਹੇ ਜਿਹੇ ਸਮੇਂ ਵਿੱਚ ਕਿਲਿਆਂ ਦੀ ਰਚਨਾ ਕਰਨੀ, ਸ਼ਸਤਰ ਵਸਤਰ ਤੋਪਾਂ ਤੱਕ ਤਿਆਰ, ਖਾਲਸੇ ਦੀ ਸਿਰਜਣਾ, ਕਿੰਨੇ ਜੰਗ ਯੁੱਧ, ਛੋਟੇ ਵੱਡੇ ਪਾ ਕੇ ਜੰਗ 21 ਤੱਕ ਪਹੁੰਚਦੇ ਆ। ਔਰ ਸਾਰੇ ਜੰਗਾਂ ਵਿੱਚ ਹੀ ਮਹਾਰਾਜ ਖਾਲਸੇ ਨੂੰ ਜਿੱਤ ਬਖਸ਼ਦੇ ਆ। ਜਿੱਤ ਹੋਣ ਤੋਂ ਬਾਅਦ ਇਹ ਨਹੀਂ ਕਹਿੰਦੇ ਸਾਡੀ ਜਿੱਤ ਹੋਈ, ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ, ਰਣੰਗ ਜੀਤੇ ਆਏ ਧਨੁਰ ਵੇਦ ਗਾਏ। ਨਹੀਂ ਤਾਂ ਇਨਸਾਨ ਹੋ ਜਾਏ ਨਾ, ਆ ਟੀਮਾਂ ਮੈਚ ਹੁੰਦੇ ਆ, ਕਿੰਨਾ ਹਉਮੈ ਹੋ ਜਾਂਦਾ ਸੀ ਜਿੱਤ ਲਿਆ ਜੀ, ਟਰਾਫੀ ਲੈਣ ਦੀ, ਫਲਾਨਾ ਲੈਣ ਦਾ। ਅਤੇ ਮਹਾਰਾਜ ਦੇ ਲੋਕ ਉਹਦਾ ਧੰਨਵਾਦ ਕਰਦੇ ਆ, ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ। ਇਹ ਤੇਰੀ ਕਿਰਪਾ। ਫਿਰ ਸੰਸਾਰ ਦੇ ਉੱਤੇ ਆ ਕੇ ਇਹ ਵੀ ਡੀਂਗ ਨਹੀਂ ਮਾਰੀ ਕਿ ਅਸੀਂ ਭਗਵਾਨ ਹਾਂ। ਹੈਗਾ ਦੇਖੋ ਉਹਨਾਂ ਦਾ ਅਵਤਾਰ ਆ, ਪਰ ਕਲਯੁਗੀ ਜੀਵਾਂ ਨੂੰ ਸਮੱਤ ਦੇਣ ਵਾਸਤੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਵਿਗੜਿਆ ਹੋਇਆ, ਇਹਨੂੰ ਸੁਧਾਰਨ ਵਾਸਤੇ ਆਏ ਹਾਂ। ਹੈਗੇ ਸਭ ਕੁਛ ਆਪ ਹੀ ਹੈ, ਪਰ ਦਾਸ ਭਾਵ ਕਿਤੇ ਸਾਡੇ 'ਚ ਹਉਮੈ ਨਾ ਜਾਏ, ਸਾਨੂੰ ਸਮੱਤ ਦੇਣ ਵਾਸਤੇ। ਸੋ ਇਸ ਕਰਕੇ ਗੁਰੂ ਪਿਆਰਿਓ, ਗੁਰੂ ਮਹਾਰਾਜ ਕੈਸੇ ਕੈਸੇ ਕੌਤਕ ਉਹ ਕਰਦੇ ਹੈ, ਕਿਸ ਤਰ੍ਹਾਂ ਦੀ ਰਚਨਾ। ਭੀਮ ਚੰਦ ਕਹਿਣ ਲੱਗਾ ਵੀ ਕੋਈ ਹੈ ਮੇਰਾ ਯੋਧਾ ਜਰਨੈਲ ਜਿਹੜਾ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲਿਆਵੇ ਜਾਂ ਉਹਨਾਂ ਦਾ ਸੀਸ ਲੈ ਕੇ ਆਵੇ। ਅਤੇ ਕੇਸਰੀ ਚੰਦ ਹੁਣ ਪ੍ਰਤਿਗਿਆ ਕੀਤੀ ਕਿ ਮੈਂ ਕਰਾਂਗਾ। ਉਹ ਤਾਂ ਹਾਲੇ ਪ੍ਰਤਿਗਿਆ ਹੀ ਕਰਦਾ, ਅਤੇ ਮਹਾਰਾਜ ਦੇ ਦੇਖ ਲਓ ਖਾਲਸੇ ਕਿੰਨੇ ਤਿਆਰ ਪਰ ਤਿਆਰ। ਅਤੇ ਭਾਈ ਉਦੈ ਸਿੰਘ ਮਹਾਰਾਜ ਦੇ ਜਰਨੈਲ ਪਤਾ ਹੀ ਨਹੀਂ ਕਦੋਂ ਪਹੁੰਚ ਗਏ। ਅਤੇ ਉਹ ਕੇਸਰੀ ਚੰਦ ਦਾ ਜਿਹੜਾ ਸੀਸ ਸੀ, ਕਲਪਾ ਬਰਛਾ ਜਿਹੜਾ, ਉਹਦੇ 'ਤੇ ਟੰਗ ਕੇ ਅਨੰਦਪੁਰ ਆ ਗਏ। ਮਹਾਰਾਜ ਨੂੰ ਕਹਿੰਦੇ, ਮਹਾਰਾਜ ਇਹ ਬੰਦਾ ਜਿਹੜਾ ਤੁਹਾਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਸੀ, ਤੁਹਾਡੇ ਸੀਸ ਦੇ ਸੁਪਨੇ ਲੈਂਦਾ ਸੀ। ਸੁਪਨੇ ਲੈਂਦਾ ਸੀ ਤੁਹਾਡੇ ਸੀਸ ਦੇ। ਉਹ ਕਲਪਾ ਬਿਰਛਾ ਵੀ ਤਖਤ ਸ੍ਰੀ ਕੇਸਗੜ੍ਹ 'ਤੇ ਸੁਭਾਏਮਾਨ। ਹੁਣ ਅੱਜ ਸੰਸਾਰ ਬਹੁਤ ਤਰ੍ਹਾਂ ਦੇ ਸ਼ੰਕੇ ਕਰਦਾ ਹੈ, ਹੁਣ ਜੀ ਬਾਰਿਸ਼ੀ ਐਉਂ ਮਾਰੀ ਸੀ ਜੀ, ਆਹ ਹੋਇਆ ਸੀ ਜੀ, ਤਵੀਆਂ ਜੀ, ਫਲਾਨਾ। ਜਿਹੜੇ ਬੇਵਿਸ਼ਵਾਸੇ ਲੋਕ, ਹੁਣ ਉਹ ਕਲਪਾ ਵਰਛਾ, ਉਹ ਜੀ ਦਰੱਖਤ ਝਾੜੇ ਉੱਥੋਂ ਐਉਂ ਕਿਵੇਂ ਹੋ ਗਿਆ ਜੀ, ਬੜਾ ਕਰਦੇ। ਅਤੇ ਸਮਰੱਥ ਜੋ ਮਰਜ਼ੀ ਕਰ ਸਕਦਾ। ਆ ਕਦੀਆਂ ਕੁਕੜੀਆਂ ਅੰਬ ਬਣਾਈਆਂ, ਅਤੇ ਬ੍ਰਿਕਸ਼ਾਂ ਨੂੰ ਜੋ ਕੁਛ ਲੱਗਦਾ, ਬ੍ਰਿਕਸ਼ ਨੇ ਕਦਾ ਪੈਦਾ ਕੀਤੇ। ਬ੍ਰਿਕਸ਼ਾਂ ਨੂੰ ਜੋ ਲੱਗ ਰਿਹਾ ਫਲ ਜਾਂ ਜੋ, ਉਹ ਕਿਨ ਲਾਇਆ। ਰੀਠਾ ਜਿਹੜਾ ਉਹ ਮਿੱਠਾ ਕਿਨ ਕੀਤਾ। ਕੌੜਾ ਕਰਨ ਵਾਲਾ ਵੀ ਤਾਂ ਉਹ ਹੀ ਹੈ। ਕੌੜਾ ਵੀ ਉਹ ਕਰ ਸਕਦਾ, ਮਿੱਠਾ ਵੀ ਕਰ ਸਕਦਾ। ਇਹ ਤਾਂ ਉਹਦੀ ਲੀਲਾ ਹੈ ਨਾ। ਜੇ ਕਿ ਜੇ ਮਿੱਠਾ ਕਿਵੇਂ ਹੋ ਗਿਆ, ਕੌੜੇ ਵੀ ਤਾਂ ਉਹਨੇ ਕੀਤੇ ਸੀ। ਕੌੜਾ ਵੀ ਆਪਾਂ ਥੋੜ੍ਹੀ ਪੈਦਾ ਕੀਤਾ।
ਉਹ ਕੌੜੇ ਵੀ ਪੈਦਾ ਕਰੀ ਜਾਂਦਾ, ਮਿੱਠੇ ਵੀ। ਉਹੀ ਧਰਤੀ ਹੈ, ਉੱਥੇ ਨਿੰਮ ਆ, ਉੱਥੇ ਕਮਾਦ ਆ। ਧਰਤੀ ਤੋਂ ਪਾਣੀ, ਮਿੱਟੀ ਤੋਂ ਸੱਤਾ ਕਮਾਦ ਨੂੰ ਮਿਲਦੀ ਹੈ, ਨਿੰਮ ਨੂੰ ਮਿਲਦੀ ਹੈ। ਉਹ ਕੌੜੀ ਹੈ, ਉਹ ਮਿੱਠਾ, ਭਾਵੇਂ ਜੜ੍ਹਾਂ ਇਕੱਠੀਆਂ ਹੋਣ। ਇਹ ਤਾਂ ਉਹਦੇ ਕੌਤਕ ਹੈ, ਇਹ ਉਹਦੀ ਲੀਲਾ ਹੈ, ਜੋ ਮਰਜ਼ੀ ਕਰ ਸਕਦੇ। ਹੁਣ ਜਦੋਂ ਗੁਰੂ ਕੇ ਲਾਹੌਰ ਗਏ, ਮਹਾਰਾਜ ਸ਼ਾਦੀ ਸੀ, ਫਿਰ ਲਾਹੌਰ ਗਏ, ਸੰਗਤ ਨੂੰ ਬੜੀ ਤੰਗੀ ਹੋਈ, ਇੱਥੇ ਵਸਾ ਲੈਂਦੇ ਹਾਂ। ਉਹ ਪਹਾੜ ਸਾਰਾ ਪੱਥਰ ਦਾ, ਲਾਂਗਰੀ ਆ ਗਿਆ, ਧੋਬੀ ਆ ਗਿਆ। ਮਹਾਰਾਜ ਪਾਣੀ ਦੀ ਘਾਟ ਆ। ਹੁਣ ਜਿੰਨੇ ਚਸ਼ਮੇ ਦਰਿਆ ਆ, ਉਹ ਵਗਾਉਣ ਵਾਲਾ ਵੀ ਤਾਂ ਮਹਾਰਾਜ ਹੀ ਹੈ। ਉਹ ਜਿੱਥੇ ਮਰਜ਼ੀ ਕਰ ਸਕਦਾ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ। ਔਰ ਧਰਤੀ ਤੇ ਆਕਾਸ਼ ਚੜ੍ਹਾਵੈ, ਚੜ੍ਹੇ ਆਕਾਸ਼ ਗਿਰਾਵੈ। ਸਮਰੱਥ ਜੋ ਹੋਏ, ਉਹ ਕਲਪਾ ਵਰਸ਼ਾ ਚਟਾਨ 'ਤੇ ਮਾਰਿਆ। ਇਉਂ ਮਾਰ ਕੇ ਮਾਰਿਆ ਨੇ, ਉਹ ਪੁੱਟ ਲਿਆ ਪਾਣੀ ਦਾ ਸੋਮਾ। ਅਤੇ ਮਹਾਰਾਜ ਦੇ ਭੂਆ ਦੇ ਪੁੱਤ ਬੀਬੀ ਬੀਰੋ ਜੀ ਦੇ, ਸੰਗੋ ਸ਼ਾਹ, ਜੀਤ ਮਲ, ਮਾਰੀ ਚੰਦ ਵਗੈਰਾ, ਕਹਿੰਦੇ ਮਹਾਰਾਜ ਸਾਨੂੰ ਹੁਕਮ ਕਰ ਦਿੰਦੇ, ਅਸੀਂ ਪੁੱਟ ਲੈਂਦੇ। ਅਤੇ ਮਹਾਰਾਜ ਜਾਣੀ ਜਾਣ, ਮਹਾਰਾਜ ਦੂਆ ਵਰਸ਼ਾ ਫੇਰ ਠੋਕ ਦਿੱਤਾ। ਕਹਿੰਦੇ ਲਓ ਓਏ, ਬਥੇਰਾ ਜ਼ੋਰ ਲਾਇਆ, ਹਿੱਲੇ ਹੀ ਨਾ। ਇਨਸਾਨ ਨੂੰ ਹੁੰਦਾ ਨਾ ਵੀ ਮੇਰੇ 'ਚ ਵੀ ਕੁਝ ਹੈਗਾ, ਮੈਂ ਵੀ ਤਾਕਤਵਰ ਹਾਂ। ਉਹ ਹਿਲਿਆ ਹੀ ਨਾ। ਮਹਾਰਾਜ ਨੂੰ ਫੇਰ ਕੱਥ ਨੇ ਹੋ ਕੇ ਚਲਿਆ, 2 ਸੁੰਬ ਨਿਕਲਿਆ ਹੈ। ਫੇਰ ਕਹਿੰਦੇ ਮਹਾਰਾਜ ਹੁਣ ਤਰਵੈਣੀ ਵੀ ਕਿਰਪਾ ਕਰ ਦਿਓ। ਮਹਾਰਾਜ ਨੇ ਤੀਆ ਠੋਕਤਾ, ਫੇਰ ਖਿੱਚ। ਉਦੋਂ ਦਿਨ ਰਾਤ ਜਲ ਵਗ ਰਿਹਾ। ਹੁਣ ਮੋਰੇ ਸੰਤਾਂ ਨੇ ਸਰੋਵਰ ਬਣਾ ਤਾ ਨਾ ਇਸ਼ਨਾਨ ਲਈ, ਤਰਵੈਣੀ ਬਣਾਤੀ। ਫਿਰ ਧੋਬੀ ਆ ਗਿਆ, ਲੰਗਰ ਵਾਲੇ ਆ ਗਏ। ਮਹਾਰਾਜ ਨੇ ਤੀਰ ਚਲਾਇਆ, ਮਾਰ ਕੇ ਚਟਾਨ ਦੇ ਵਿੱਚ ਉੱਥੋਂ ਜਲ ਕੱਢਤਾ। ਉੱਥੇ ਵੀ ਬੋਲੀ ਹੈ। ਇਸ ਕਰਕੇ ਜਿਹੜਾ ਸਮਰੱਥ ਪੁਰਸ਼ ਹੈ, ਉਹ ਜੋ ਮਰਜ਼ੀ ਕਰ ਸਕਦਾ। ਪਰ ਅੱਜ ਇਹ ਨਵੀਨ ਲੋਕ ਐਸੇ ਉੱਠੇ ਹੈ, ਆਪ ਨਹੀਂ ਦੇਖਦੇ। ਸਾਡੀ ਅੱਖ ਅੱਖ ਨੂੰ ਨਹੀਂ ਦੇਖਦੀ। ਅੱਖ ਆਪਣੀ ਗਿੱਚੀ ਟੋਟਰ ਨੂੰ ਨਹੀਂ ਦੇਖਦੀ, ਤਾਲੂ ਨੂੰ, ਸਿਰ ਦੀ ਚੋਟੀ ਨੂੰ। ਅਤੇ ਗੱਲਾਂ ਬਹੁਤ ਕਰਦੇ ਆ। ਅਤੇ ਮਹਾਰਾਜ ਆਪ ਤ੍ਰੈ ਕਾਲਦਰਸ਼ ਸੀ, ਸਭ ਕੁਝ ਉਹਨਾਂ 'ਤੇ ਤਰਕਾਂ ਕਰਦੇ ਆ। ਇਹ ਕਿਵੇਂ ਹੋ ਗਿਆ ਜੀ, ਆਹ ਕਿਵੇਂ ਹੋ ਗਿਆ। ਕਰਨ ਵਾਲੇ ਕਰ ਦਿੱਤਾ, ਤੁਹਾਤੋਂ ਸਰਟੀਫਿਕੇਟ ਨਹੀਂ ਲੈਣਾ। ਇਹ ਹੁਣ ਕਹਿੰਦੇ ਵੀ ਅਸੀਂ ਜਿਹਨੂੰ ਸਰਟੀਫਿਕੇਟ ਦੇਈਏ ਉਹ ਠੀਕ ਆ। ਉਹ ਕਿਸੇ ਦੇ ਸਰਟੀਫਿਕੇਟ ਦੇ ਮੁਹਤਾਜ ਥੋੜ੍ਹੀ ਆ। ਉਹ ਜੋ ਕਰਨਾ ਚਾਹੁਣ ਉਹੀ ਕਰਾ ਲੈਂਦੇ ਆ। ਹੁਣ ਮਹਾਰਾਜ ਦੇ ਕੋ ਗਏ, ਉਹ ਚੋਲਾ ਸੀ, ਉੱਤੇ ਕੁਰਾਨ ਸੀ, 30 ਸਿਪਾਰੇ ਲਿਖੇ ਹੋਏ। ਉਹ ਲਾਜਵਰ ਦੀ ਘਰ ਵਾਲੀ ਨੇ ਦੇਖਿਆ, ਇਹ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ, ਇਹ ਮੈਨੂੰ ਲੈ ਦਿਓ। ਮਹਾਰਾਜ ਨੂੰ ਕਹਿੰਦੇ ਚੋਲਾ ਲਾ ਕੇ ਦਿਓ। ਕਹਿੰਦੇ ਮੈਂ ਪਾਇਆ ਨਹੀਂ, ਮੈਂ ਲਾਉਣਾ ਨਹੀਂ, ਤੁਹਾਤੋਂ ਲੈਂਦਾ ਲਾ ਲਓ। ਉਹ ਕਰਨ ਤਾਂ ਐਵੇਂ ਵੀ ਨਾਲੇ ਚਿੰਬੜਿਆ। ਉਹ ਰਾਜੇ ਇਹੋ ਜਿਹੇ ਹੁੰਦੇ ਸੀ ਜ਼ਾਲਮ, ਕਹਿੰਦੇ ਟੋਆ ਪੱਟ ਕੇ ਇਹਨੂੰ ਵਿੱਚ ਨੱਪ ਦਿਓ। ਉਹ ਨੱਪ ਕੇ ਜਾਣ ਅਤੇ ਮਾਰੇ ਭਰੇ ਬੈਠੇ। ਪਹਾੜ ਤੋਂ ਰੋੜ ਦਿਓ, ਮਹਾਰਾਜ ਫੇਰ ਉੱਥੇ। ਦਰਿਆ ਵਿੱਚ ਮੁਸ਼ਕਾਂ ਬਣ ਕੇ ਸੁੱਟ ਦਿਓ, ਮਹਾਰਾਜ ਫੇਰ ਉੱਥੇ। ਬਾਲਣ ਦਾ ਢੇਰ ਚੁਣ ਕੇ ਅੱਗ ਲਾ ਕੇ ਵਿੱਚ ਸਾੜ ਦਿਓ, ਮਹਾਰਾਜ ਫੇਰ ਆਨੰਦ ਸੂਰ ਪਰੇ ਬੈਠੇ। ਫਿਰ ਤਾਂ ਵਜ਼ੀਰ ਕਹਿੰਦੇ ਹੁਣ ਰਾਜਾ ਕਹਿਰ ਟੁੱਟੂਗਾ, ਮਾਫੀ ਮੰਗ ਲਾ, ਉਹ ਮੈਨੂੰ ਛੁਟਕਾਰਾ ਹੁਣ। ਗੱਜ ਕੇ ਬੋਲੋ। ਮਹਾਰਾਜ ਕੌਤਕ ਕਰਦੇ ਆ। ਰੇਹੇਲ ਖੰਡ ਗਏ, ਉੱਥੇ ਉਹ ਬੱਚੇ ਵੇਚਦੇ ਹੁੰਦੇ ਸੀ, ਉੱਥੇ ਕਿਵੇਂ ਕੌਤਕ ਕੀਤੇ ਮਹਾਰਾਜ ਨੇ। ਸਮਰੱਥ। ਉਹ ਇੱਕ ਕੋਈ ਮੌਲਵੀ ਸੀ,
ਉਹਦੇ ਕੋਲ ਮੁਹੰਮਦ ਸਾਹਿਬ ਪ੍ਰਤੀ ਕਿਸੇ ਨੇ ਬਚਨ ਕੀਤਾ। ਉਹ ਮੌਲਵੀ ਜੀ ਨੇ ਬੜਾ ਵਧੀਆ ਉੱਤਰ ਦਿੱਤਾ। ਕਹਿੰਦੇ ਵੱਡੇ ਪੁਰਸ਼ਾਂ ਦੇ ਪੋਤੜੇ ਨਹੀਂ ਫੁੱਲੀਦੇ ਹੁੰਦੇ, ਆਪਣਾ ਆਪ ਦੇਖੀਦਾ ਹੁੰਦਾ। ਗੱਜ ਕੇ ਬੋਲੋ। ਪਰ ਹੁਣ ਅਸੀਂ ਆਪਣਾ ਆਪ ਦੇਖਦੇ ਨਹੀਂ, ਅਤੇ ਗੁਰੂਆਂ ਪੀਰਾਂ ਅਵਤਾਰਾਂ ਦੇ ਕੀਤੇ ਹੋਏ ਕਾਰਨਾਮਿਆਂ 'ਤੇ ਸ਼ੰਕੇ ਕਰਨ ਨੂੰ ਤਕੜੇ ਹੋ ਗਏ। ਫਿਰ ਮੂੰਹ ਦੀ ਖਾਣੀ ਪੈਂਦੀ, ਡਿੱਗ ਪੈਂਦੇ ਆ। ਇੱਕ ਕਹਿੰਦੇ ਰਾਜਾ ਸੀ ਬੜਾ ਹੰਕਾਰੀ। ਕਹਿੰਦਾ ਖੁਦਾ ਹੈ ਕਿ ਐਵੇਂ ਹੀ ਕਲ ਪਿਆ ਹੀ ਆ ਕਿ ਖੁਦਾ ਖੁਦੂ ਹੈਗਾ। ਉਹ ਕਹਿੰਦਾ ਵੀ ਖੁਦਾ ਨਾਲ ਆਪਾਂ ਯੁੱਧ ਕਰੀਏ। ਉਹ ਕਹਿੰਦਾ ਵੀ ਕਿਹੜੀ ਸਵਾਰੀ ਵਰਤੀਏ। ਕਹਿੰਦੇ ਜੇ ਹਾਥੀ ਊਠ ਰਥ ਰੂਥ ਘੋੜਾ ਵਰਤਿਆ ਫਿਰ ਤਾਂ ਖੁਦਾ ਵੀ ਬਹੁਤ ਤਗੜਾ ਹੋਊ। ਵੀ ਆਪਾਂ ਖੋਤੇ ਦੀ ਸਵਾਰੀ ਕਰਕੇ ਉਹਦੇ ਨਾਲ ਯੁੱਧ ਕਰੀਏ। ਕਹਿੰਦੇ ਜੇ ਮੂੰਹ ਉੱਧਰ ਨੂੰ ਕਰਕੇ ਕੀਤਾ ਫਿਰ ਤਾਂ ਉਹ ਵੀ ਬਲਸ਼ਾਲੀ ਹੋ। ਆਪਾਂ ਪੇਠਾਲ ਨੂੰ ਮੂੰਹ ਕਰਕੇ ਉਹਨਾਂ ਯੁੱਧ ਕਰੀਏ। ਉਹ ਜੰਗਲ ਚਲ ਗਿਆ। ਜਿਉਂ ਲਗਾ ਤੀਰ ਤੂਰ ਛੱਡਣ, ਫਿਰ ਬਹਿਨਿਆ ਜਾਊਗਾ, ਆਪੇ ਡਿੱਗੂਗਾ ਕਿਤੇ ਨਾ ਕਿਤੇ। ਅੱਗੇ ਉਹ ਅਗੰਮ ਹੈ ਬਾਹੇਦੜ ਜਾਣ। ਹੁਣ ਆਕਾਸ਼ ਨੂੰ ਤੀਰ ਥੋੜ੍ਹੀ ਵੱਜਦਾ, ਜਿਹੜਾ ਮਾਰੂਗਾ ਉਹਦੇ 'ਤੇ ਆ ਕੇ ਡਿੱਗਣਗੇ। ਉਹਨੂੰ ਬੜੇ ਜੀ ਤੀਰ ਤੂਰ ਜਿਹਾ ਛੱਡੇ, ਫਿਰ ਹੱਸਦਾ ਵੀ ਜਾਂ ਤਾਂ ਹੈ ਨਹੀਂ ਜਾਂ ਮਰ ਗਿਆ ਉਹ। ਖੁਦਾ ਨੇ ਕਿਹਾ ਕੋਈ ਮਾੜਾ ਜਿਹਾ ਤੈਨੂੰ ਜਲਵਾ ਦਿਖਾਈਏ। ਦਿਲੇ ਦੇਖਿਆ ਕੁਝ ਤੀਰ ਐਂ ਜਿਵੇਂ ਖੂਨ ਨਾਲ ਲਿਬੜੇ ਆਉਂਦੇ ਹੁੰਦੇ। ਕਹਿੰਦੇ ਲੈ ਵੀ ਜ਼ਖਮੀ ਹੋ ਗਿਆ, ਜ਼ਖਮੀ ਹੋ ਗਿਆ। ਹੁਣ ਖੁਦਾ ਬੜਾ ਹੱਸਿਆ ਖੜਖੜਾ ਕੇ ਕਿ ਜਾਂ ਤਾਂ ਮਰ ਗਿਆ ਜਾਂ ਜ਼ਖਮੀ ਹੋ ਗਿਆ। ਉਸੇ ਵੇਲੇ ਇੱਕ ਆਕਾਸ਼ੀ ਤਲਵਾਰ ਆਈ, ਉਹਦਾ ਸਿਰ ਉਡਾ ਕੇ ਲੈ ਗਏ। ਉਹ ਮੂਰਖ, ਖੁਦਾ ਮਰਨ ਵਾਲਾ ਨਹੀਂ ਹੈ, ਉਹ ਜਰਰੇ ਜਰਰੇ 'ਚ ਵਿਆਪਕ ਹੈ। ਇਸ ਤਰ੍ਹਾਂ ਦੇ ਮੂਰਖ ਰਾਜੇ ਵੀ ਦੁਨੀਆ 'ਤੇ ਹੋਏ। ਅੱਜ ਇਸ ਤਰ੍ਹਾਂ ਦੇ ਪ੍ਰਚਾਰਕ ਵੀ ਪੈਦਾ ਹੋ ਗਏ, ਜਿਹੜੇ ਬਹੁਤ ਕੁਝ ਹਵਾ 'ਚ ਤਲਵਾਰਾਂ ਮਾਰ ਮਾਰ ਗੱਲਾਂ ਕਰਦੇ ਆ। ਲੇਕਿਨ ਜਿੰਨਾ ਚਿਰ ਧਰਮ ਸ਼ਾਸਤਰਾਂ ਦਾ ਪੂਰਾ ਗਿਆਨ ਨਹੀਂ, ਕਮਾਈ ਕਰਕੇ ਅੰਦਰੋਂ ਅਨੁਭਵ ਨਹੀਂ, ਅਤੇ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਕੀੜੇ ਵੀ ਗੱਲਾਂ ਕਰਦੇ, ਬਰਸਾਤ 'ਚ ਨਿਕਲਦੇ ਨਾ ਖੰਭ ਨਿਕਲਦੇ ਆ, ਉਹ ਵੀ ਉੱਡਦੇ ਆ ਕਿ ਅਸੀਂ ਵੀ ਹੁਣ ਪੰਛੀ ਬਣ ਕੇ ਉੱਡਾਂਗੇ। ਜਿਹੜੇ ਉੱਡਦੇ ਆ ਖੰਭ ਝੜ ਜਾਂਦੇ ਆ, ਸ਼ਾਰਕਾਂ ਖਾ ਜਾਂਦੀਆਂ। ਇੰਨਾ ਕੁ ਕੰਮ ਹੁੰਦਾ। ਇਸ ਵਾਸਤੇ ਦੁਨਿਆਵੀ ਸਕੂਲਾਂ ਕਾਲਜਾਂ ਦੇ ਵੀ ਕੋਈ ਦਸਤੂਰ ਨਿਯਮ ਆ, ਜਿਹਦੇ ਕੋਲ ਟੀਚਰ ਪ੍ਰੋਫੈਸਰ ਪ੍ਰਿੰਸੀਪਲ ਦੀ ਕੋਈ ਡਿਗਰੀ ਡਿਪਲੋਮਾ ਨਾ ਹੋਵੇ, ਉਹ ਯੂਨੀਵਰਸਿਟੀ ਸਕੂਲ ਕਾਲਜ ਪਾਠਸ਼ਾਲਾ 'ਚ ਕੁਰਸੀ 'ਤੇ ਬਹਿ ਕੇ ਵਿਦਿਆਰਥੀਆਂ ਨੂੰ ਕੋਈ ਤਾਲੀਮ ਨਹੀਂ ਦਿੰਦਾ ਹੈ। ਅੱਜ ਇਹ ਜਿਹੜੇ ਧਰਮ ਸਥਾਨ ਆ, ਇੱਥੇ ਹੁਣ ਜਿਹੜਾ ਉੱਠਦਾ ਉਹੀ ਪ੍ਰਚਾਰਕ ਬਣ ਜਾਂਦਾ। ਨਾ ਤਾਂ ਕੋਈ ਸ਼ਾਸਤਰਾਂ ਦਾ ਬੋਧ ਆ, ਨਾ ਬਾਣੀ ਦਾ, ਨਾ ਕੋਈ ਸੇਵਾ ਸਿਮਰਨ, ਨਾ ਕੋਈ ਜਪ ਤਪ। ਉਹ ਫਿਰ ਅੰਧਾ ਖੂਆ, ਅੰਧੇ ਠੇਲੇ। ਉਹ ਜਿਵੇਂ ਇੱਕ ਅੱਖਾਂ ਤੋਂ ਮਣਾਖਾ ਸੀ, ਦੂਜਾ ਵੀ ਅੱਖਾਂ ਤੋਂ। ਕਹਿੰਦਾ ਮੈਂ 5 ਰੁਪਏ ਦੇਵਾਂਗਾ, ਮੈਨੂੰ ਰਾਹ ਦਿਖਾਓ। ਉਹ ਲਾਲਚ ਕਰ ਲਿਆ। ਅਤੇ ਜਿਹੜਾ ਹੁਣ ਸੂਰਮਾ ਹੁੰਦਾ ਨਾ, ਜਿੱਥੇ ਕਿ ਰਹਿੰਦਾ ਹੁੰਦਾ ਉਹਨੂੰ ਅਟਕਲ ਹੁੰਦੀ ਆ, ਉੱਥੇ ਤੇ ਤੋਂ ਘੁੰਮਦਾ ਨਾ, ਉੱਥੇ ਤੇ ਲਈ ਗਿਆ। ਹੁਣ ਛੋਟੀ ਗੱਲ ਲੈਪਾ ਸਿੱਧਾ ਹੀ ਜਾਈ ਨੱਕ ਦੀ ਸਿਹਤ, ਇਹ ਸਿੱਧਾ ਹੀ ਰਾਸਤਾ ਜਾਂਦਾ ਜਿੱਥੇ ਤੂੰ ਜਾਣਾ। ਉਹ ਵਿਚਾਰਾ ਉੱਤੇ ਵਿਸ਼ਵਾਸ ਕਰਕੇ ਤੁਰ ਪਿਆ। ਆ ਕੇ ਇੱਕ ਬੋੜਾ ਖੂਹ ਆ ਕੇ ਵਿੱਚ ਡਿੱਗ ਪਿਆ। ਉਹ ਕਹਿੰਦੇ ਹੈ ਤਾਂ ਮੇਰਾ ਜਾਤ ਭਰਾ ਸੀ, ਅੱਖਾਂ ਤੋਂ ਮਣਾਖਾ, ਪੰਜਾਂ ਦੇ ਲਾਲਚ ਵਿੱਚ ਮੈਨੂੰ ਖੂਹ 'ਚ ਸੁੱਟਿਆ। ਅੱਜ ਇਹਨਾਂ ਲੋਕਾਂ ਦੀ ਹਾਲਤ ਇਹ ਹੈ। ਆਪ ਡੁੱਬੇ ਚੋਂ ਬੇਦ ਮੈਂ, ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾ ਤੇ ਭਰਮ ਨਾ ਜਾਏ। ਆਪ ਡੁੱਬੇ ਚੋ ਬੇਦ में चेले दिए बहाए। वो रोड रहे
ਪਰਜਾ ਵੀ ਬਹੁਤ ਤੁਰਦੀ ਹੈ, ਬੜੀਆਂ ਭੀੜਾਂ ਲੱਗ ਜਾਂਦੀਆਂ, ਬੜੇ ਮੇਲੇ ਲੱਗਦੇ ਆ, ਸੜਕਾਂ ਜਾਮ ਹੋ ਜਾਂਦੀਆਂ। ਲੋਕ ਕਹਿੰਦੇ ਬੜਾ ਹੋਣਾ ਇਹ, ਪਰ ਜਿੱਦਣ ਕਸਵੱਟੀ ਲੱਗਦੀ ਨਾ, ਬਿਨ ਸਗਿਆ ਖੋਟਾ ਢੱਬੂਆ, ਨਦਰ ਸਰਾਫਾਂ ਆਇਆ। ਜਿਹੜੇ ਸਰਾਫਾਂ ਦੀ ਨਜ਼ਰ 'ਚ ਆਉਂਦਾ ਨਾ, ਖੋਟੇ ਖਰੇ ਪਰਖੀਆਂ ਤਿਤ ਸੱਚੇ ਦਰਬਾਰਾ ਰਾਮ, ਫਿਰ ਪਰਖੇ ਜਾਂਦੇ। ਫਿਰ ਉਹ ਜਿਹੜੀ ਭੀੜ ਭਾੜ ਹੁੰਦੀ ਸੀ, ਉਹ ਕਹਿੰਦੇ ਨਿਕਲਿਆ ਤਾਂ ਕੁਝ ਵੀ ਨਹੀਂ, ਪਟਿਆ ਪਹਾੜ ਨਿਕਲਿਆ ਚੂਹਾ। ਇਹੋ ਜਿਹਾ ਪ੍ਰਚਾਰਕ ਤੁਹਾਡੇ ਕੋਲ ਬਹੁਤ ਆਏ ਆ, ਆਉਂਦੇ ਰਹਿਣੇ ਆ। ਲੋਕਾਂ ਨੂੰ ਬੁੱਧੂ ਬਣਾ ਬਣਾ ਕੇ, ਤਾਬਿਆ ਬਹਿਣ ਤੋਂ ਪਹਿਲਾਂ ਉਹਦੇ ਕੋਲ ਬਾਣੀ ਦੀ ਪੂਰੀ ਤਾਲੀਮ ਹੋਣੀ ਚਾਹੀਦੀ ਹੈ। ਜਿਹੜਾ ਸ਼ਬਦ ਇਹਦੀ ਕਮਾਈ ਕਰਕੇ ਅਨੁਭਵ ਵੀ ਹੋਣਾ ਚਾਹੀਦਾ। ਕੋਈ ਨਿਯਮ ਹੁੰਦੇ ਆ, ਪਰ ਅੱਜ ਧਾਰਮਿਕ ਸਟੇਜਾਂ 'ਤੇ ਨਿਯਮ ਨਹੀਂ ਰਹਿ ਗਏ। ਐਸੇ ਲੋਕਾਂ ਨੇ ਸਾਡੀ ਸਿੱਖੀ ਦਾ ਬੜਾ ਨੁਕਸਾਨ ਕੀਤਾ ਔਰ ਕਰ ਰਹੇ ਆ, ਥੋੜ੍ਹਾ ਨਹੀਂ ਬਹੁਤ ਜ਼ਿਆਦਾ। ਐਸੇ ਨਵੇਂ ਸ਼ੰਕੇ ਪੈਦਾ ਕਰ ਕਰਕੇ ਇਤਿਹਾਸ ਗੁਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ ਕਰ ਕਰਕੇ ਜਿੰਨੀ ਸੰਗਤ ਸੀ ਇਹਨੂੰ ਗੁੰਮਰਾਹ ਕਰ ਦਿੱਤਾ। ਅਤੇ ਜਦੋਂ ਫਿਰ ਪੱਲੇ ਨਹੀਂ ਨਿਕਲਦਾ, ਸੰਗਤ ਵੀ ਦੇਖਦੀ, ਜਿਹੜੇ ਨੇ ਮਗਰ ਤੁਰਦੇ ਆ, ਇਹ ਤਾਂ ਕੁਛ ਵੀ ਨਹੀਂ ਨਿਕਲਿਆ। ਇਸ ਕਰਕੇ ਪਿਆਰਿਓ, ਬੁੱਧ ਨੇ ਭਿਕਸ਼ੂ ਤਿਆਰ ਕੀਤੇ। ਇੱਕ ਉਹਨਾਂ ਦਾ ਚੇਲਾ ਸੀ ਪੂਰਨ, ਉਹਨਾਂ ਨੇ ਕਿਹਾ ਇਲਾਕੇ ਚੁਣ ਲਓ, ਕਿੱਥੇ ਕਿੱਥੇ ਪ੍ਰਚਾਰ ਲਈ ਜਾਓਗੇ। ਕਿਸੇ ਨੇ ਕੋਈ ਇਲਾਕਾ, ਕਿਸੇ ਨੇ ਕੋਈ। ਹਿੰਦੁਸਤਾਨ 'ਚ ਕਈ ਇਲਾਕੇ ਐਸੇ ਆ, ਹਾਲੇ ਵੀ ਉੱਥੇ ਇਹੋ ਜਿਹੇ ਬੰਦੇ ਆ ਜਿਹੜੇ ਬੰਦੇ ਨੂੰ ਮਾਰ ਕੇ ਖਾ ਜਾਣਗੇ। ਕੌੜੇ ਰਾਖਸ਼ ਹੈਗੇ ਹਾਲੇ ਵੀ, ਇਹੋ ਜਿਹੇ ਕਬੀਲੇ ਆ। ਉਹਨਾਂ ਇਲਾਕਾ ਉਹੋ ਜਿਹਾ ਚੁਣ ਲਿਆ। ਕਹਿੰਦੇ ਇਲਾਕਾ ਤਾਂ ਚੁਣ ਲਿਆ। ਬੁੱਧ ਕਹਿੰਦਾ ਵੀ ਜੇ ਤੈਨੂੰ ਉਹ ਗਾਲਾਂ ਕੱਢਣ ਫੇਰ ਕੀ ਕਰੇਗਾ? ਕਹਿੰਦੇ ਮੈਂ ਕਹਾਂਗਾ ਵੀ ਗਾਲਾਂ ਨੇ ਸਰ ਗਿਆ। ਬੁੱਧ ਦੀ ਗੱਲ ਤਾਂ ਮੈਂ ਸੁਣਾ ਦਿੱਤੀ ਨਾ। ਕਹਿੰਦੇ ਜੇ ਫਿਰ ਤੈਨੂੰ ਕੁੱਟਣ ਮਾਰਨ, ਕਹਿੰਦੇ ਮੈਂ ਕਿਹਾ ਵੀ ਕੁੱਟਿਆ ਮਾਰਿਆ ਤਾਂ ਹੈ, ਕੋਈ ਲੱਤ ਬਾਂਹ ਨਹੀਂ ਭੰਨੀ, ਵੀ ਮੈਂ ਜਿਹੜੀ ਗੱਲ ਸੁਣਨੀ ਸੁਣਾਤੀ। ਕਹਿੰਦੇ ਜੇ ਤੇਰੀ ਲੱਤ ਬਾਂਹ ਭੰਨ ਦੇਣ, ਬੁੱਧ ਕਹਿੰਦਾ ਫੇਰ? ਕਹਿੰਦੇ ਮੈਂ ਕਹਾਂਗਾ ਵੀ ਲੱਤ ਬਾਂਹ ਟੁੱਟੀ ਫੇਰ ਬਣ ਜਾਂਦੀ ਹੈ, ਤੁਹਾਡੀ ਗੱਲ ਮੈਂ ਸੁਣਾ ਦਿੱਤੀ, ਮੈਨੂੰ ਮਾਰ ਨਹੀਂ ਦਿੱਤਾ। ਕਹਿੰਦੇ ਜੇ ਤੈਨੂੰ ਉਹ ਮਾਰ ਦੇਣ, ਕਹਿੰਦੇ ਮੈਂ ਕਹੂੰਗਾ ਮੈਂ ਆਪਣੇ ਮਿਸ਼ਨ ਵਿੱਚ ਸਫਲ ਹੋ ਗਿਆ, ਜਿਹੜੀ ਗੱਲ ਕਹਿਣੀ ਸੀ ਮੈਂ ਸੁਣਾ ਦਿੱਤੀ। ਕਹਿੰਦੇ ਸ਼ਾਬਾਸ਼ ਜਾ। ਜਦ ਤੱਕ ਪ੍ਰਚਾਰਕ ਦੇ ਮਨ ਵਿੱਚ ਇਹ ਭਾਵਨਾ ਨਹੀਂ ਬਣਦੀ, ਉਹ ਆਪਣਾ ਪ੍ਰਚਾਰ ਨਹੀਂ ਕਰ ਸਕਦਾ। ਦਰਵੇਸ਼ਾਂ ਕੋ ਲੋੜੀ ਹੈ ਰੁੱਖਾਂ ਦੀ ਜੀਰੌਂਤ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਸਾਹਿਬ ਗਏ, ਸਾਰਿਆਂ ਲੋਕਾਂ ਨੇ ਸਰੋਪੇ ਤਾਂ ਨਹੀਂ ਦਿੱਤੇ। ਨਿੰਦਿਆ ਬੈਰ ਵਿਰੋਧ ਬਾਹਰ ਖੁਦ ਲਿਆ ਗਿਆ ਬਾਣੀ 'ਚ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਬੇਚਾਰਾ, ਭਇਆ ਦਵਾਨਾ ਸ਼ਾਹ ਕਾ ਨਾਨਕ ਬੌਰਾਨਾ। ਪਰ ਮਹਾਰਾਜ ਚੱਲਦੇ ਰਹੇ। ਓੜਕ ਜਿਹਨੇ ਵਿਰੋਧ ਕਰਨ ਵਾਲੇ ਸੀ ਨਾ, ਵੱਡੇ ਚੇਲੇ ਉਹੀ ਬਣੇ ਮਹਾਰਾਜ ਦੇ। ਗੱਜ ਕੇ ਬੋਲੋ, ਚੇਲੇ ਬਣ ਗਏ। ਇੰਨੀ ਵੱਡੀ ਖੇਮਾ, ਅਤੇ 6ਵੇਂ ਰੂਪ 'ਚ ਫਿਰ ਦੂਸਰਾ ਰੂਪ ਧਾਰ ਲਿਆ 10ਵੇਂ ਵਿੱਚ। ਇਹ ਵੀ ਉਹਨਾਂ ਮਹਾਰਾਜ ਦੀ ਲੀਲਾ ਹੈ, ਕੌਤਕ ਹੈ। ਇਸ ਕਰਕੇ ਪਿਆਰਿਓ, ਅੱਜ ਇਹ ਮਹੀਨਾ ਜੋ ਚੱਲ ਰਿਹਾ, ਮਹਾਰਾਜ ਨੇ ਬੜੀਆਂ ਪਰਖਾਂ ਕੀਤੀਆਂ। ਥੋੜ੍ਹੀ ਪਰਖ ਕੀਤੀ, ਪਰਖ ਦੇ ਵਿੱਚ ਪੂਰੇ ਉਤਰੇ। 12,000 ਦੇ ਨੇੜੇ ਮਹਾਰਾਜ ਦੇ ਕੋਲ ਸਿੰਘ ਸੀਗੇ ਉਸ ਵੇਲੇ। ਸਾਰੇ ਚਮਕੌਰ ਤੇ 40 ਰਹਿ ਗਏ, ਲੱਖਾਂ ਫੌਜਾਂ ਦੇ ਘੇਰੇ।
ਪਾਤਸ਼ਾਹ ਭਾਈ ਦਇਲ ਸਿੰਘ, ਧਰਮ ਸਿੰਘ, ਮਾਨ ਸਿੰਘ ਦਾਓ ਵੀ ਚੱਲੇ ਆ, ਪਕੜ ਨਹੀਂ ਸਕੇ। ਇਹ ਉਹਨਾਂ ਦੇ ਕੌਤਕ ਆ, ਚੋਜ ਕਰਦੇ ਆ। ਚੋਜੀ ਮੇਰੇ ਪਿਆਰਿਆ, ਹਰ ਭਰਮ ਮੇਰਾ ਚੋਜੀ ਜੀਓ, ਆਪੇ ਕਾਨ ਉਪਾਏ ਦਾ ਪਿਆਰਾ, ਆਪੇ ਗੋਪੀ ਖੋਜੀ ਜੀਓ। ਸੋ ਇਸ ਕਰਕੇ ਆਓ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਜੁੜੀਏ ਔਰ ਆਪਣੇ ਮਨ ਨੂੰ ਇਕਾਗਰ ਕਰਕੇ ਆਪਣਾ ਲੋਕ ਔਰ ਪਰਲੋਕ ਦਾ ਰਸਤਾ ਸਹੀ ਬਣਾਈਏ, ਤਾਂ ਜੋ ਜਿਹੜੇ ਪ੍ਰਯੋਜਨ ਲਈ ਸਾਨੂੰ ਮਾਨਸ ਦੇ ਮਿਲੀ ਹੈ ਇਹਨੂੰ ਅਸੀਂ ਸਫਲ ਕਰ ਲਈਏ। ਮਾਨਸ ਜਨ ਬੜ ਪੁੰਨੇ ਪਾਇਆ, ਹਰ ਰਾਵਣ ਬੇਰਾ ਰਾਮ। ਸੂਰਵੀਰ ਦੀ ਆਪਣੀ ਲਾਈਨ ਆ, ਦਾਨੀ ਦੀ ਆਪਣੀ ਆ, ਗਿਆਨੀ ਧਿਆਨੀ ਦੀ ਆਪਣੀ ਆ। ਜਿੱਥੇ ਪਹੁੰਚਣਾ ਉਹ ਮੰਜ਼ਿਲ ਇੱਕੋ ਹੀ ਆ। ਸੋ ਇਸ ਵਾਸਤੇ ਪਾਤਸ਼ਾਹ ਜੀ ਬਾਣੀ ਦੁਆਰਾ ਕਿਰਪਾਲਤਾ ਕਰਦੇ ਹਨ। ਧਨਾਸਰੀ ਮਹੱਲਾ ਚੌਥਾ। ਧਨਾਸਰੀ ਰਾਗ ਵਿੱਚੋਂ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਹ ਇੱਛਾ ਨੂੰ ਪੂਰੀਆਂ ਕਰਨ ਵਾਲਾ। ਇਨਸਾਨ ਦੀ ਸਾਰੀ ਇੱਛਾ ਪੂਰੀ ਕਰ ਸਕਦਾ? ਕਰੇਗਾ ਕਿ ਨਹੀਂ? ਨਹੀਂ ਕਰ ਸਕਦਾ। ਜਾਂ ਸਾਰੀਆਂ ਇੱਛਾ ਸਾਡੀਆਂ ਪੂਰੀਆਂ ਹੋ ਜਾਣਗੀਆਂ? ਇਸੇ ਤਰ੍ਹਾਂ ਅਧੂਰੀਆਂ ਛੱਡ ਕੇ ਚਲੇ ਜਾਣਾ ਹੈ। ਬੜੀਆਂ ਕਲਪਨਾ ਹੋਣੀ, ਆਹ ਕਰੀਏ ਉਹ ਕਰੀਏ, ਹੋਣਾ ਉਹੀ ਜੋ ਮਾਲਕ ਦਾ ਹੁਕਮ। ਉਹ ਰਾਜਾ ਸੀ, ਇੱਕ ਜੋਤਸ਼ੀ ਆਇਆ, ਰਾਜੇ ਨੇ ਟੇਵਾ ਸ਼ੇਵਾ ਲਵਾਇਆ, ਦੇਖ ਮੇਰਾ ਰਾਜ ਅਸਥਿਰ ਰਹੇਗਾ। ਉਹ ਰਾਜ ਕੰਨਿਆ ਨੂੰ ਦੇਖਿਆ, ਉਹਦੇ ਮਨ 'ਚ ਪਾਪ ਆ ਗਿਆ। ਕਹਿਣ ਲੱਗਾ ਤੁਹਾਡਾ ਰਾਜ ਤਾਂ ਸਥਿਰ ਰਹੇਗਾ, ਆ ਕੰਨਿਆ ਤੁਹਾਡੇ ਰਾਜ ਵਾਸਤੇ ਕਲੰਕ ਰੂਪ ਆ। ਇਹਨੂੰ ਗਹਿਣੇ ਗੱਟੇ ਚੰਗੇ ਪਵਾ ਕੇ, ਕੁਝ ਮਾਲ ਅਸਵਾਬ ਰੱਖ ਕੇ, ਸੰਦੂਕ 'ਚ ਬੰਦ ਕਰਕੇ ਇਹਨੂੰ ਸਮੁੰਦਰ 'ਚ ਰੋੜ ਦਿਓ। ਉਹਦਾ ਮਤਲਬ ਹੈ ਅੱਗੇ ਮੈਂ ਪਕੜ ਲਾਵਾਂਗਾ, ਕੰਨਿਆ ਮਿਲ ਜਾਊ, ਨਾ ਮਾਲ ਢਾਂਡਾ ਮਿਲ ਜਾਊ। ਰਾਜੇ ਰਾਜ ਪਿਆਰਿਆਂ, ਮਿੱਤਰ ਦੋ ਪਿਆਰੇ। ਰਾਜੇ ਨੂੰ ਆਪਣੇ ਰਾਜ ਨਾ ਹੁੰਦਾ, ਇਹਨਾਂ ਦਾ ਕੋਈ ਸਗਾ ਹੁੰਦਾ ਹੀ ਨਹੀਂ। ਇਵੇਂ ਕੀਤਾ, ਸੰਦੂਕ ਰੋੜ ਤਾਂ ਬੜਾ ਖੁਸ਼ ਆ, ਭਾਵਨਾ ਪੂਰੀ ਹੋਏਗੀ। ਅੱਗੇ ਸੰਦੂਕ ਰੁੜਿਆ ਜਾ ਰਿਹਾ, ਉਹ ਭੀਲਸ ਗਏ ਉੱਥੇ। ਉਹਨੇ ਸੰਦੂਕ ਕੱਢ ਲਿਆ, ਜਿਲੇ ਸੰਦੂਕ ਕੱਢਿਆ ਅਤੇ ਉਹਦੇ 'ਚੋਂ ਕੰਨਿਆ ਗਹਿਣੇ ਗੱਟੇ, ਇੰਨੇ ਕੋਈ ਰਾਜਕੁਮਾਰ ਆਇਆ, ਉਹ ਉਹਨੂੰ ਲੈ ਗਿਆ। ਤੂੰ ਭੀਲਾਂ ਨੇ ਵਿੱਚ ਰਿੱਛ ਬੰਦ ਕਰਕੇ ਰੋੜਤਾ। ਹੁਣ ਜਿਹੜੇ ਬੈਠਾ ਹੈ ਜੋਤਸ਼ੀ, ਉਹਦੇ ਚੇਲੇ ਚਾਟੜੇ, ਸੰਦੂਕ ਲੈ ਕੇ ਬੜੇ ਖੁਸ਼ ਆ। ਅੰਦਰ ਲੈ ਗਿਆ, ਕੁੰਡੇ ਛੰਡੇ ਲਾ ਕੇ ਕੱਢੀਏ। ਉਹ ਰਿੱਛ ਹੁਣ ਕਈ ਦਿਨਾਂ ਦਾ ਭੁੱਖਾ ਸੀ, ਉਹ ਜੋਤਸ਼ੀ ਨੂੰ ਪਾੜ ਕੇ ਖਾ ਗਿਆ। ਉੱਥੇ ਲਿਖਿਆ ਨਾ ਕਿ ਮਨੁੱਖ ਇੱਛਾ ਨਾਸਤੀ ਦੈਵ ਇੱਛਾ ਪਰਿਵਰਤਤੇ। ਰਾਜ ਕੰਨਿਆ ਰਾਜ ਦੁਆਰੇ, ਵਿਪਰ ਭਾਲੂ ਪਖਿਆ ਤੇ। ਉਹ ਜਿਹੜਾ ਵਿਪਰ ਸੀ ਜੋਤਸ਼ੀ, ਉਹਨੂੰ ਤਾਂ ਰਿਛ ਨੇ ਖਾ ਲਿਆ। ਰਾਜ ਕੰਨਿਆ ਰਾਜ ਦੁਆਰੇ ਚਲੇ ਗਈ। ਮਨੁੱਖ ਦੀ ਇੱਛਾ ਨਾਸ ਹੁੰਦੀ ਹੈ, ਦੈਵ ਪਰਮਾਤਮਾ ਜੋ ਕਰਦਾ ਉਹ ਇੱਛਾ ਪੂਰੀ ਹੁੰਦੀ ਹੈ। ਅੱਜ ਵੀ ਸੰਸਾਰ ਵਿੱਚ ਐਸਾ ਆਪਣੀਆਂ ਇੱਛਾ ਦੇ ਅਧੀਨ ਹੋ ਕੇ ਆਹ ਨਹੀਂ ਪਸੰਦ, ਆਹ ਨਹੀਂ ਪਸੰਦ, ਪਸੰਦ ਕਰਦੇ ਹਾਂ, ਸਮਾਂ ਹੱਥੋਂ ਨਿਕਲ ਜਾਂਦਾ ਹੈ। ਉਹ ਰਾਣੀ ਜਿਹੜੀ ਸੀ ਭਜਨ ਨਾਲ ਤੁਰੇ ਨਾ, ਰਾਜਾ ਸੰਗੀ ਸੀ। ਸੰਤਾਂ ਕੋ ਗਿਆ ਮਾਰਾ ਕੋਈ ਸਮੱਤ ਦਿਓ। ਸੰਤ ਕਹਿਣ ਲੱਗੇ ਦੇਵੀ ਆਹ ਮੱਕੀ ਦਾ ਖੇਤ ਹੈ, ਵਧੀਆ ਜੀ ਕੋਈ ਛੱਲੀ ਦੇਖ ਕੇ ਲਿਆ, ਭੁੰਨ ਕੇ ਖਾਈਏ। ਉਹ ਗਏ ਇਹ ਨਹੀਂ ਚੰਗੀ, ਇਹ ਨਹੀਂ ਚੰਗੀ, ਸਾਰਾ ਖੇਤ ਨਿਕਲ ਗਿਆ।
ਉਹ ਦ੍ਰਿਸ਼ਟਾਂਤ ਦਾ ਮਤਲਬ ਦਾ ਦ੍ਰਿਸ਼ਟਾਂਤ ਕੀ, ਬਸ ਆ ਨਹੀਂ ਚੰਗਾ, ਆ ਨਹੀਂ ਚੰਗਾ, ਇਸ ਤਰ੍ਹਾਂ ਕਰਦੇ ਉਮਰ ਬੀਤ ਜਾਣੀ ਹੈ, ਇਹਨੇ ਖਾਲੀ ਤੁਰ ਜਾਣਾ। ਅੱਜ ਆ ਨੌਜਵਾਨ ਮੁੰਡੇ ਕੁੜੀਆਂ ਦੀ ਇਹ ਹਾਲਤ ਆ, ਇਹ ਮੁੰਡਾ ਨਹੀਂ ਚੰਗਾ, ਇਹ ਕੁੜੀ ਨਹੀਂ ਚੰਗੀ, ਇੱਕ ਛੱਡਿਆ ਇੱਕ ਲੜ ਫੜਿਆ, ਬਸ ਜੀਵਨ ਬਰਬਾਦ ਕਰਕੇ, ਇੱਜ਼ਤਾਂ ਤਬਾਹ ਕਰਕੇ ਜੀਵਨ ਦੇ ਬੇੜੇ ਗੁੱਲ ਹੋ ਰਹੇ ਆ। ਮਨ ਦੀਆਂ ਇੱਛਾ ਦੇ ਅਧੀਨ ਹੋਏ ਹੋਏ ਇਹ ਮਨੁੱਖ ਜਨਮ ਕਿਸ ਤਰ੍ਹਾਂ ਵਿਅਰਥ ਗਵਾ ਰਹੇ ਆ। ਇਹ ਗੱਲਾਂ ਠੀਕ ਹੈ ਕਿ ਗਲਤ ਹੈ? ਸਮਝਦੇ ਆ ਇਹ ਕੁਝ ਹੋ ਰਿਹਾ? ਕਿਉਂ ਹੋ ਰਿਹਾ? ਪਰਮਾਤਮਾ ਦੀ ਇੱਛਾ ਮੁਤਾਬਕ ਨਹੀਂ, ਆਪਣੀਆਂ ਇੱਛਾ। ਪਰ ਜਿਹੜੇ ਗੁਰਸਿੱਖ ਆ, ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ। ਜਦੋਂ ਮਨ ਦੀਆਂ ਇੱਛਾ ਗੁਰੂ ਨੂੰ ਦਾਨ ਕਰ ਦਿੰਦੇ ਫਿਰ ਸਾਰੀਆਂ ਇੱਛਾ ਪੂਰੀਆਂ। ਇਹ ਜਿਹੜੀਆਂ ਇੱਛਾ ਹੀ ਤੁਰੇ ਫਿਰਦੇ ਆ, ਭਗੂ ਭਗੂ ਕਰਦੇ ਆ, ਬਸ ਜੀਵਨ ਬਰਬਾਦ ਹੋ ਰਹੇ ਆ। ਇਹ ਜਵਾਨੀਆਂ ਗਰਕ ਹੋ ਰਹੀਆਂ ਬੇਸ਼ੇ ਬਕਾਰਾਂ ਦੀ ਬੈਤਰਣੀ ਨਦੀ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਕੈਸਾ ਹੈ, ਇੱਛਾ ਪੂਰਕ, ਉਹ ਇੱਛਾ ਨੂੰ ਪੂਰੀਆਂ ਕਰਨ ਵਾਲਾ ਹੈ ਔਰ ਸਰਬ ਸੁਖ ਦਾਤਾ, ਸਾਰੇ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ ਪਰਮਾਤਮਾ। ਜਾ ਕੇ ਵਸ ਹੈ ਕਾਮ ਧੇਨਾ। ਇਹ ਜਿਹੜੀ ਕਹਿੰਦੇ ਦੇਵਲੋਕ 'ਚ ਕਾਮ ਧੇਨਿਆ, ਪਾਰ ਜਾਤਿਆ ਚਿੰਤਾ ਮਣੀਆਂ, ਕਹਿੰਦੇ ਉਹ ਪਰਮਾਤਮਾ ਦੇ ਵਸ ਵਿੱਚ ਭਗਤੀ ਰੂਪੀ ਕਾਮ ਧੇਨਿਆ। ਜਿਹਦੇ ਮਨ ਸ਼ਰਧਾ ਭਗਤੀ ਆ ਗਈ ਨਾ, ਉਹਦੀਆਂ ਪਰਮਾਤਮਾ ਇੱਛਾ ਪੂਰੀਆਂ ਕਰ ਦਿੰਦਾ। ਸ਼ਰਧਾ ਭਗਤੀ ਦਾ ਤਾਂ ਸਾਡੇ 'ਚੋਂ ਬੀਜ ਹੀ ਉੱਡ ਗਿਆ। ਨਾ ਮਾਂ ਪਿਓ ਦੀ ਸ਼ਰਧਾ ਭਗਤੀ ਹੈ, ਨਾ ਪਵਿੱਤਰ ਪੁਰਸ਼ਾਂ ਦੀ, ਨਾ ਸਾਧੂ ਸੰਤਾਂ ਦੀ, ਨਾ ਗੁਰੂ ਪੀਰ ਦੀ। ਇੱਕ ਅੱਖਰ ਫੜ ਲਿਆ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਬੜੀ ਚੰਗੀ ਗੱਲ ਹੈ, ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਹੀ ਹੋ ਕਿ ਕੋਈ ਗੱਲ ਮੰਨ ਲਓ, ਉਹ ਨਹੀਂ ਮੰਨਣੀ। ਗੱਜ ਕੇ ਬੋਲੋ। ਤੁਸੀਂ ਤਾਂ ਇਹਨੂੰ ਮੰਨ ਲਿਆ, ਗੁਰੂ ਗ੍ਰੰਥ ਨੇ ਵੀ ਤਾਂ ਕੋਈ ਗੱਲ ਮੰਨਣ ਲਈ ਕਿਹਾ ਹੀ ਉਹ ਨਹੀਂ ਮੰਨਣੀ ਹੈ। ਉੱਥੇ ਆਪਣੀ ਮਨ ਮਰਜ਼ੀ ਕਰਨੀ ਹੈ, ਉੱਥੇ ਮਨ ਮਰਜ਼ੀ ਕਰਨੀ ਹੈ। ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਬਾਬਾ ਤਰਲੋਕ ਸਿੰਘ ਜੀ ਗਏ। ਜਦੋਂ ਗਏ ਕਹਿੰਦੇ ਤੂੰ ਛੁੱਟੀ 'ਚ ਇੱਥੇ ਆ ਜਾਣਾ। ਕਹਿੰਦੇ ਮਹਾਰਾਜ ਆਪ ਅੰਤਰਜਾਮੀ ਹੈ। ਕਹਿੰਦੇ ਘਰੇ ਨਹੀਂ ਜਾਂਦੇ। ਕਹਿੰਦੇ ਮਹਾਰਾਜ ਘਰ ਵਾਲੀ ਬੜੀ ਕੁਪੱਤੀ ਹੈ। ਕਹਿੰਦੇ ਹੈ ਤਾਂ ਠੀਕ, ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਿਆ। ਦੋ ਰਿਸ਼ਤੇ ਆ, ਇੱਕ ਗ੍ਰਸਤੀ ਦਾ, ਉਹ ਵੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ, ਇੱਕ ਜਿਹੜੇ ਖੰਡੇ ਵਾਲਾ ਅੰਮ੍ਰਿਤ ਛਕਦਾ ਉਹ ਵੀ ਇਹਦੇ ਹਜ਼ੂਰ ਹੁੰਦਾ। ਇਹ ਤੂੰ ਤਿਆਗ ਨਹੀਂ ਕਰ ਸਕਦਾ। ਕਹਿੰਦੇ ਮਹਾਰਾਜ ਆਪ ਅੰਤਰ ਧਿਆਨ। ਉਹ ਕਹਿੰਦੇ ਹਾਂ ਐਸਾ। ਕਹਿੰਦੇ ਫਿਰ ਵੀ ਸੁਧਾਰ ਕਰਨਾ। ਇਸਤਰੀ 'ਚ 7 ਦੋਸ਼ ਵੀ ਰਿਸ਼ੀ ਚਾਣਕ ਕਹਿੰਦੇ ਉਹਨੂੰ ਤਿਆਗਣਾ ਨਹੀਂ ਚਾਹੀਦਾ। ਜਗਤ ਜਨਨੀ ਆ, ਜਗਤ ਜਨਨੀ। ਪਰ ਅੱਜ ਦਾ ਵਾਤਾਵਰਨ ਨਾ ਤਾਂ ਕੋਈ ਕਥਾ ਵਾਰਤਾ ਸੁਣਨੀ, ਨਾ ਕਿ ਸਾਧੂ ਸੰਗਤ ਕਰਨੀ, ਪਰ ਮਨ ਦੀਆਂ ਬਾਗਾਂ ਛੱਡੀਆਂ ਹੋਈਆਂ ਘੋੜੇ ਭਜਾਈ ਜਾਂਦੇ ਆ। ਅੜੀਅਲ ਟਟਵੈਰ ਟਾਂਗੇ ਨਾਲ ਜੋੜਾਂਗੇ ਨਾ, ਉਹ ਕਤਾਂ 'ਚ ਉਹਨੂੰ ਸੁੱਟੂਗਾ, ਆਪ ਵੀ ਮਰੂ, ਘੋੜਾ ਵੀ ਮਰੂ ਅਤੇ ਸਵਾਰੀਆਂ ਵੀ ਮਰਨਗੀਆਂ। ਇਹ ਸਰੀਰ ਜਿਹੜਾ ਰਸ ਦੀ ਨਿਆਈ ਹੈ, ਇਹ ਮਨ ਇਹਦਾ ਸਾਰਥੀ ਬਣਾਇਆ ਹੋਇਆ, ਅਤੇ ਮਨ ਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਆ। ਨਾ ਕੋਈ ਮਾਂ ਪਿਓ ਦਾ ਕਹਿਣਾ ਮੰਨਣ ਨੂੰ ਤਿਆਰ, ਨਾ ਕੋਈ ਸਾਧੂ ਸੰਤ ਦਾ, ਨਾ ਕੋਈ ਗੁਰੂ ਪੀਰ ਦਾ। ਫਿਰ ਦੇਖ ਲਓ ਉਹਨਾਂ ਦਾ ਹਾਲ ਕੀ ਹੋਊ। ਜੋ ਹੋ ਰਿਹਾ ਉਹੀ ਹੋਵੇਗਾ। ਪਰ ਜਿਹੜੇ ਲੋਕ ਸੰਗਤ ਕਰਦੇ ਹੈ, ਇਹ ਸਿੱਖਿਆ ਲੈਣੀ ਪੈਂਦੀ ਹੈ। ਵਿਚਾਰ ਅੰਦਰ ਮਰਜ਼ਾਦਾ ਵਿੱਚ ਨਦੀ ਦਰਿਆ ਚੱਲਦਾ ਵੀ 2 ਕੰਢਿਆਂ ਦੇ ਵਿੱਚ ਚੱਲਦਾ।
ਕੰਢਿਆਂ ਤੋਂ ਬਾਹਰ ਹੋ ਜਾਏ, ਹੜ੍ਹ ਆ ਜਾਏ, ਤਬਾਹੀ ਹੋ ਜਾਂਦੀ ਹੈ। ਤਬਾਹੀ ਹੁੰਦੀ ਕਿ ਨਹੀਂ ਹੁੰਦੀ? ਜਦੋਂ ਮਰਜ਼ਾਦਾ ਦੀ ਸੀਮਾ ਟੱਪਾਂਗੇ ਫਿਰ ਨੁਕਸਾਨ ਹੀ ਨੁਕਸਾਨ ਹੈ, ਜਿਹਦੇ ਕਾਰਨ ਅੱਜ ਸਾਰੇ ਸੰਸਾਰ ਦਾ ਵਾਤਾਵਰਨ ਦਿਨੋਂ ਦਿਨ ਵਿਗੜਦਾ ਜਾ ਰਿਹਾ। ਇਹ ਵਿਗੜਿਆ ਹੋਇਆ ਵਾਤਾਵਰਨ, ਇਹਨੂੰ ਲੋਕ ਕਲਯੁਗ ਕਹਿੰਦੇ। ਇਹ ਰੱਬ ਨੇ ਨਹੀਂ ਪੈਦਾ ਕੀਤਾ, ਅਸੀਂ ਕੀਤਾ, ਕਿਉਂਕਿ ਸਾਡੇ ਕਰਮ ਇਹੋ ਜਿਹਾ ਹੋ ਗਏ। ਜਿਹੋ ਜਿਹਾ ਕਰਮ ਕਰਦੇ ਉਹੋ ਜਿਹਾ ਯੁੱਗ ਦਾ ਨਾਮ ਪੈ ਜਾਂਦਾ। ਹੋਰ ਕਿਤੇ ਕਲਯੁਗ ਦੇ ਸਿੰਘ ਪੁੱਛਦੇ ਨਹੀਂ ਵੀ ਫਲਾਣੇ ਨਾਲ ਤੁਰਿਆ ਆਉਂਦਾ ਸੀ, ਕਿਤੇ ਦੇਸ ਨਾ ਆਇਆ ਸੁਣਿਆ ਵੀ ਉੱਥੇ ਕਲਯੁਗ ਆਉਂਦਾ ਸੀ। ਕਲਯੁਗ ਨੂੰ ਲਿਆਉਣ ਵਾਲੇ ਅਸੀਂ ਹਾਂ। ਸਤਯੁਗ ਵੀ ਅਸੀਂ ਬਣਾਉਣਾ ਹੈ। ਜਿੱਥੇ ਸਤ ਆ ਉੱਥੇ ਸਤਯੁਗ, ਅਤੇ ਇਹ ਯੱਗ ਤ੍ਰੇਤਾ ਪੂਜਾ ਦੁਆਪਰ, ਜਿੱਥੇ ਕਲਾ ਉੱਥੇ ਕਲਯੁਗ। ਅਤੇ ਜੇ ਨਾਮ ਸਿਮਰਨ ਆ ਜਾਏ ਤਾਂ ਉੱਥੇ ਸਤਯੁਗ ਬਣ ਜਾਊ। ਗੱਜ ਕੇ ਬੋਲੋ। ਇਸ ਕਰਕੇ ਮਹਾਰਾਜ ਕਹਿੰਦੇ ਆ, ਉਹ ਪਰਮਾਤਮਾ ਕੈਸਾ ਹੈ ਜਿਹਦੇ ਵੱਸ ਵਿੱਚ ਕਾਮਧੇਨ ਹੈ। ਕਿਹੜੀ? ਭਗਤੀ ਰੂਪੀ ਕਾਮਧੇਨ। ਜਿੱਥੇ ਸ਼ਰਧਾ ਆ ਗਈ, ਭਗਤੀ ਆ ਗਈ। ਭਗਤੀ, ਭਗਤ, ਭਗਵਾਨ, ਤਿੰਨ ਚੀਜ਼ਾਂ ਹੋ ਗਈਆਂ। ਭਗਤ ਹੋ ਗਿਆ ਅਤੇ ਭਗਤੀ ਹੋ ਗਈ। ਜਿੱਥੇ ਭਗਤੀ ਆ ਗਈ ਉੱਥੇ ਭਗਵਾਨ ਆ ਗਿਆ। ਜਿੱਥੇ ਭਗਤੀ ਨਹੀਂ ਉੱਥੇ ਤਾਂ ਇਨਸਾਨ ਵੀ ਨਹੀਂ ਟਿਕਦਾ, ਭਗਵਾਨ ਨੇ ਕਿੱਥੇ ਆਉਣਾ। ਭਗਤੀ, ਕਿਸੇ ਨੇ ਮਾਂ ਪਿਓ ਦੀ ਭਗਤੀ ਕੀਤੀ, ਸਰਵਣ ਨੇ ਅੱਜ ਤੱਕ ਚੰਗਾ ਪੁੱਤ ਹੋਏ ਕਹਿਣਾ ਇਹ ਸਰਵਣ ਵਰਗਾ। ਮਾਂ ਪਿਓ ਦੀ ਕੀਤੀ ਨਾ। ਰਾਮ ਚੰਦਰ ਜੀ ਦਸ਼ਰਥ ਪਿਤਾ ਹੁਕਮ ਮੰਨ ਕੇ ਚਲੇ ਗਏ। ਕਕਈ ਵੱਲੋਂ ਬਨਵਾਸ, ਨਮਸਕਾਰ। ਲక్ష్మణ ਕਹਿੰਦੇ ਮਹਾਰਾਜ ਬਨਵਾਸ ਭੇਜ, ਖਬਰਦਾਰ, ਪਿਤਾ ਸ਼੍ਰੀ ਤੋਂ ਵਰ ਲਏ ਸੀ, ਉਹਨੇ ਵਰ ਲੈ ਲਿਆ। ਕਛਲਿਆਂ ਨੂੰ ਬਾਅਦ ਮੱਥਾ ਟੇਕਣ ਗਏ, ਮਤਰੇਈ ਨੂੰ ਪਹਿਲਾਂ। ਲక్ష్మణ ਨੂੰ ਬਨਵਾਸ ਨਹੀਂ, ਸੀਤਾ ਨੂੰ ਬਨਵਾਸ ਨਹੀਂ। ਉਹਨੇ ਕਿਹਾ ਜਿੱਥੇ ਪਤੀ ਰਹੂਗਾ ਉੱਥੇ ਮੈਂ ਰਹੂੰਗੀ। ਕੰਡਿਆਲਾ ਰਾਹ ਚੁਣ ਲਿਆ ਮਾਤਾ ਸੀਤਾ ਜੀ ਨੇ। ਲక్ష్మణ ਭਰਾ ਵੀ ਨਾਲ। ਭਰਤ ਨਾਨਕੇ ਗਿਆ ਸੀ, ਉਹ ਆਇਆ, ਮਾਂ ਨੇ ਤੇਰੇ ਲਈ ਵਰ ਲੈ। ਕਹਿੰਦੇ ਤੂੰ ਘਰ ਉਜਾੜਤਾ, ਪਿਓ ਮਹਿਲਾਂ ਤੋਂ ਡਿੱਗ ਕੇ ਮਰ ਗਿਆ। ਉਹ ਚਲੇ ਗਏ, ਮੈਂ ਰਾਜ ਨੂੰ ਫੂਕਣਾ। ਉਹ ਮਗਰ ਚਲੇ ਗਿਆ, ਮਹਾਰਾਜ ਇਹ ਤੁਹਾਡੀ ਧਰੋਹਰ ਆ, ਨਹੀਂ ਬਈ ਕਰ। ਕਹਿੰਦੇ ਮਹਾਰਾਜ ਮੈਂ ਖੜਾਵਾਂ ਲੈ ਕੇ ਆਉਂਦੀਆਂ ਮਹਾਰਾਜ ਦੀਆਂ। 14 ਸਾਲ ਅਯੁੱਧਿਆ ਦਾ ਖੜਾਵਾਂ ਨੇ ਰਾਜ ਕੀਤਾ। ਮੱਥਾ ਟੇਕ ਕੇ ਕੰਦ ਮੂਲ ਖਾਣਾ, ਮਹਿਲਾਂ 'ਚ ਨਹੀਂ ਰਿਹਾ। ਜਿਵੇਂ ਉਹ ਪੱਤਿਆਂ ਦੀ ਕੁੱਲੀ 'ਚ ਉਵੇਂ ਭਰਤ ਰਿਹਾ। ਜਦੋਂ ਆਏ, ਆ ਮਹਾਰਾਜ ਸੰਭੋ, ਆ ਸੰਭੋ। ਇਹ ਮਿਸਾਲਾਂ ਮਹਾਂਪੁਰਖਾਂ ਨੇ ਕਾਇਮ ਕਰ ਕਰਕੇ ਦਿਖਾਈਆਂ। ਪਰ ਅੱਜ ਅਸੀਂ ਬਹੁਤ ਦੂਰ ਚਲੇ ਗਏ। ਜਿਹੜੇ ਇਹਨਾਂ ਵਿਚਾਰਾਂ ਨੂੰ ਗ੍ਰਹਿਣ ਕਰਦੇ ਆ ਉਹ ਅੱਜ ਵੀ ਸੁਖੀ ਹੈ। ਜਿਹੜੇ ਇਹਨਾਂ ਤੋਂ ਉਲਟਿਆ, ਉਹ ਪਾਣੀ ਬਿਨਾਂ ਜਿਵੇਂ ਮੱਛੀ ਤੜਫਦੀ ਇਉਂ ਤੜਫਦੇ। ਕਬੀਰ ਸਾਹਿਬ ਕਹਿੰਦੇ ਸੁਣ ਸੁਣ ਬਤੀਆਂ ਆਵਤ ਹਾਸੀ, ਪਾਣੀ ਮੈਂ ਮਰੇ ਮੀਨ ਪਿਆਸੀ। ਕਹਿੰਦੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਸਾਨੂੰ ਹਾਸਾ ਆਉਂਦਾ। ਪਾਣੀ ਵਿੱਚ ਰਹਿਣ ਵਾਲੀ ਮੱਛੀ ਤੜਫ ਕੇ ਮਰ ਰਹੀ ਹੈ। ਅੱਜ ਇਹਨਾਂ ਦੇਸ਼ਾਂ ਵਿੱਚ ਕੋਈ ਮਾਇਆ ਪਦਾਰਥਾਂ ਦੀ ਘਾਟ ਹੈ। ਕੋਠੀਆਂ ਸੋਹਣੀਆਂ, ਕਾਰਾਂ ਸੋਹਣੀਆਂ, ਮੇਵੇ ਪਏ ਆ, ਫਲ ਪਏ ਆ, ਤਰ੍ਹਾਂ ਤਰ੍ਹਾਂ ਦੇ ਜੂਸ, ਸਾਰੀਆਂ ਸੁੱਖ ਸੁਵਿਧਾ, ਪਰ ਅੱਗ ਦੀਆਂ ਲਾਟਾਂ ਨਿਕਲ ਰਹੀਆਂ। ਜਵਾਲਾਮੁਖੀ ਬਣੇ ਹੋਏ ਆ ਘਰ। ਕਿਉਂ? ਅਸੂਲ ਤੋਂ ਪਰੇ ਚਲੇ ਗਏ, ਧੁਰੇ ਤੋਂ ਪਰੇ ਚਲੇ ਗਏ। ਸਿਰਫ ਪਹਿਰਾਵਾ ਰਹਿ ਗਿਆ। ਪਹਿਰਾਵੇ ਤਾਂ ਬਹੁਤ ਵਧੀਆ ਪਾਏ ਹੋਏ ਆ, ਮੂੰਹੋਂ ਠਗਣੇ ਬਣੇ ਆ। ਪਰ ਮਹਾਰਾਜ ਕਹਿੰਦੇ ਭੇਖ ਦਿਖਾਏ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ, ਨਰਕ ਮੂੰਹ ਲੀਨ। ਇਹ ਪਾਤਸ਼ਾਹ ਕਹਿੰਦੇ, ਹਜ਼ੂਰ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਉਸ ਪਰਮਾਤਮਾ ਦੇ ਬਸ ਵਿੱਚ ਭਗਤੀ ਰੂਪੀ ਕਾਮਧੇਨ ਆ।
ਜੇ ਸਿੱਖੋ ਤੁਹਾਡੇ ਸ਼ਰਧਾ ਭਗਤੀ ਬਚਨ ਦੀ ਮਨੌਤ ਵਾਲਾ ਭਾਵ ਆ ਗਿਆ, ਫਿਰ ਮੰਗਣ ਦੀ ਲੋੜ ਹੀ ਨਹੀਂ, ਫਿਰ ਤਾਂ ਆਪੇ ਮਹਾਰਾਜ ਕਿਰਪਾ ਕਰ ਦਿੰਦੇ। ਫਿਰ ਨਹੀਂ ਮੰਗਣ ਦੀ ਲੋੜ ਪੈਂਦੀ, ਇਹ ਤਾਂ ਆਪੇ ਮਿਹਰ ਕਰਦੇ ਹਨ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਇਹ ਮੇਰੇ ਜੀਅੜੇ ਮਨ, ਐਸਾ ਜਿਹੜਾ ਤਤਪਦ ਦਾ ਲਖਾਇਕ ਵਾਹਿਗੁਰੂ ਪਰਮੇਸ਼ਰ, ਜੇ ਉਹਦੇ ਨਾਮ ਨੂੰ ਧਿਆਉਣਾ ਕਰੀਏ ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਇਹ ਮੇਰੇ ਮਨ, ਫਿਰ ਸਾਰੇ ਸੁੱਖ ਪਾ ਲਾਂਗੇ ਸਾਰੇ। ਇੱਕ ਬਜ਼ੁਰਗ ਸੀ, ਉਹਨਾਂ ਨੂੰ ਐਂ ਹੋਇਆ ਵੀ ਝੱਲ ਹੋ ਗਿਆ। ਅੱਗੇ ਹੁੰਦਾ ਇਹ ਸੰਗਲ ਲਪੇਟਦੇ ਲੱਤਾਂ ਨੂੰ, ਤੇ ਜਿਹੜੇ ਕੜਾਲਾਂ ਪੜ੍ਹੀਆਂ ਬੋਲੂ, ਉਹਨੇ ਮੈਨੂੰ ਦੱਸਿਆ, ਕਹਿੰਦੇ ਮੈਨੂੰ ਇੱਕ ਸ਼ਲੋਕ ਚੇਤੇ ਆ ਗਿਆ ਬਾਵਨ ਅੱਖਰੀ ਦਾ, ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਤੇਰਾ ਰਾਤੇ ਰੰਗ ਹੈ ਕਿ ਨਾਨੂ ਗੂੜਾ ਰੰਗ। ਕਹਿੰਦੇ ਉਹ ਸੰਗਲ ਢਿੱਲੇ ਹੋ ਗਿਆ, ਮੇਰਾ ਝੱਲਪੁਣਾ ਦੂਰ ਹੋ ਗਿਆ। ਉਹ ਘਰਦਿਆਂ ਨੂੰ ਹੁੰਦਾ ਵਿਆਹ ਵੂ ਕਰੀਏ, ਇੱਕ ਮਾਤਾ, ਉਹਦੀਆਂ ਲੱਤਾਂ ਜਮਾਦਰੂ, ਅੱਜ ਕੱਲ੍ਹ ਪੋਲੀਓ ਕਹਿੰਦੇ ਜਾਂ ਕਿਵੇਂ ਵੀ, ਉਹ ਮਾਰੀਆਂ ਹੋਈਆਂ ਸੀ। ਉਸ ਬੀਬੀ ਨਾਲ ਉਹਦੀ ਸ਼ਾਦੀ ਕਰਤੀ। ਉਸ ਨੇ ਕਿਹਾ ਜੀ ਸਤ ਵਚਨ ਮੇਰੇ ਕਿਸਮਤ 'ਚ ਇਹਦੀ ਸੇਵਾ ਹੈ ਅਤੇ ਮੈਂ ਕਰਾਂਗਾ। ਉਸ ਬੀਬੀ ਦੇ ਪੇਟੋਂ 4 ਲੜਕੇ 2 ਲੜਕੀਆਂ ਪੈਦਾ ਹੋਈਆਂ। ਕੋਈ ਸੂਬੇਦਾਰ ਬਣ ਗਿਆ, ਕੋਈ ਜਮੇਦਾਰ, ਕੋਈ ਕੁਝ। ਅਸੀਂ ਦੇਖਦੇ ਰਹੇ, ਉਹ ਮੰਜੇ 'ਤੇ ਬਹਿੰਦੀ ਸੀ ਅਤੇ ਨੌਹਾਂ ਉਹਦੇ ਮੂਹਰਿਓਂ ਭੀਂਕਦੀਆਂ ਫਿਰਦੀਆਂ ਸੀ। ਪੁੱਤ ਵੀ ਹੱਥ ਜੋੜ ਕੇ, ਸਾਰਾ ਪਿੰਡ ਉਹਨੂੰ ਨਮਸਕਾਰ ਕਰਕੇ ਜਾਂਦਾ ਸੀ। ਪਿੰਡ ਦੀ ਇਲਾਕੇ ਦੀ ਕੋਈ ਖਬਰ ਪੁੱਛ ਲਓ, ਅਸੀਂ ਹੱਸਦਿਆਂ ਉਹਨੂੰ ਟੈਲੀਫੋਨ ਕਹਿ ਦੇਣਾ ਵੀ ਤੂੰ ਤਾਂ ਟੈਲੀਫੋਨ ਆ, ਸਾਰੀ ਗੱਲ ਦਾ ਤੈਨੂੰ ਦਿਮਾਗ। ਰਜਨੀ ਦੇ ਪੱਲੇ ਕੋਹੜੀ ਪੈ ਗਿਆ, ਸਤਵਚਨ ਜੀ, ਦੁੱਖ ਪੰਜਨੀ ਬੇਰੀ ਕਰਿਸ਼ਮਾ ਹੋਇਆ। ਜਦ ਤੱਕ ਦਰਬਾਰ ਸਾਹਿਬ ਰਹੂਗਾ, ਉੱਥੇ ਰਜਨੀ ਦੀ ਕਹਾਣੀ ਚੱਲੀ ਜਾਣੀ ਹੈ। ਪਰ ਅਸੀਂ ਕੀ ਬਣੇ ਹੋਏ ਹਾਂ, ਕੀ ਬਣਨਾ ਚਾਹੁੰਦੇ ਹਾਂ, ਇਹ ਆਪਣੇ ਮਨਾਂ ਨਾਲ ਝਾਤ ਮਾਰ ਲਿਓ। ਜ਼ਿਆਦਾ ਕਿਆ ਕਹਿਣਾ, ਹੁਣ ਹੈ ਵੀ ਸਾਰੇ ਪੜ੍ਹੇ ਲਿਖੇ। ਇੱਕ ਤਾਂ ਔੜ ਦੀ ਖੇਤੀ ਮਾਰੀ ਹੁੰਦੀ ਨਾ, ਉਹ ਤਾਂ ਪਾਣੀ ਮਿਲ ਜਾਏ ਫਿਰ ਹਰੀ ਹੋ ਜਾਂਦੀ। ਇੱਕ ਪਾਣੀ ਦੀ ਮਾਰੀ ਉਹ ਹੁੰਦੀ ਹੈ, ਤਤੀ ਤੋਏ ਨ ਪਲਵੈ ਜੇ ਜਲ ਟੁੱਬੀ ਦੇ। ਅੱਜ ਪਾਣੀ ਦੀ ਮਾਰੀ ਖੇਤੀ ਹੈ। ਅਸੀਂ ਪੜ੍ਹ ਲਿਖ ਗਏ ਹਾਂ, ਦਿਮਾਗ ਨੂੰ ਵਿਦਿਆ ਹੰਕਾਰ ਆਪਣੀ ਚਤਰਾਈ ਦੇ ਜਰਰੇ ਚਿੰਬੜੇ ਹੋਏ ਆ, ਜਿਹਦੇ ਕਾਰਨ ਇਨਸਾਨ ਇਹ ਵਿਦਿਆ ਤੂੰ ਬੜੀ ਅਵਿਦਿਆ ਤੈਂ ਸੰਤਨ ਕੀ ਸਾਰ ਨਾ ਜਾਣੀ। ਇਹ ਵਿਦਿਆ ਅਵਿਦਿਆ ਬਣੀ ਹੋਈ ਹੈ। ਪਾਤਸ਼ਾਹ ਸਮੱਤ ਦਿੰਦੇ ਹਨ, ਜੇ ਤੂੰ ਕੁਝ ਲੈਣਾ ਚਾਹੁੰਦਾ ਤਾਂ ਫਿਰ ਗੁਰੂ ਦਾ ਕਹਿਣਾ ਮੰਨ ਲੈ, ਸਰਬ ਸੁੱਖ ਪਾਵੈ ਮੇਰੇ ਮਨ। ਤੂੰ ਇੱਕ ਸੁੱਖ ਲੱਝਦਾ ਫਿਰਦਾ, ਸਾਰੇ ਆਤਮਾ ਸੁੱਖ ਬ੍ਰਹਮ ਗਿਆਨ ਦਾ, ਇਹ ਸਾਰੇ ਸੁੱਖ ਪਾ ਲਵੇਂਗਾ। ਜਪ ਮਨ ਸਤਨਾਮ ਸਦਾ ਸਤਨਾਮ। ਇਹ ਮਨਾ ਤੂੰ ਆਪਣੇ ਅਵਾਰਾ ਨਾ ਹੋ, ਮਨ ਨੂੰ ਕਾਬੂ ਰੱਖਣ ਵਾਸਤੇ ਸਦਾ ਵਾਸਤੇ ਸਤਨਾਮ ਦਾ ਮਨ ਬਾਣੀ ਸਰੀਰ ਕਰਕੇ ਜਾਪ ਕਰਨਾ ਕਰ। ਜਾਪ ਦਾ ਮਤਲਬ ਆਪਣੀਆਂ ਬਾਸ਼ਨਾਂ ਨੂੰ ਜਪਤ ਕਰ ਲੈਣਾ, ਕਾਬੂ ਕਰ ਲੈਣਾ। ਜਾਪ ਦਾ ਇਹ ਨਾ, ਆਪਣੇ ਆਪ ਨੂੰ ਕਾਬੂ ਕਰਨਾ, ਇੰਦਰੀਆਂ ਦੇ ਵਿਕਾਰਾਂ ਨੂੰ ਕਾਬੂ ਕਰਨਾ। ਹੁਣ ਇੰਦਰੀਆਂ ਦੇ ਘੋੜੇ ਇੰਨੇ ਭਜਾਏ ਹੋਏ ਆ, ਬੜੇ ਦਲਤੇ ਪੈ ਰਹੇ ਆ, ਦਲਤੇ ਪੈ ਰਹੇ ਨੇ, ਦਲਤੇ ਖਾ ਰਹੇ ਆ। ਇਸ ਵਾਸਤੇ ਇਹ ਮਨਾ, ਜੇ ਤੂੰ ਸੁੱਖ ਲੈਣਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ ਕਰ। ਹਾਲਤ ਪਲਤ ਮੁਖ ਉਜਲ ਹੋਈ ਹੈ। ਇਹਦਾ ਤੈਨੂੰ ਲਾਭ ਕੀ ਹੋਊਗਾ? ਇਸ ਲੋਕ 'ਚ ਵੀ ਪਰਲੋਕ 'ਚ ਵੀ ਤੇਰਾ ਮੁਖੜਾ ਉਜਲ ਪਵਿੱਤਰ, ਪਾਪਾਂ ਦੀ ਕਾਲਖ ਤੋਂ ਰਹਿਤ ਹੋ ਜਾਏਗਾ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਹਮੇਸ਼ਾ ਵਾਸਤੇ ਪੁਰਖ ਪੂ ਪਾਪਾਂ ਤੋਂ ਰੱਖਿਆ ਕਰਨ ਵਾਲਾ, ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ
ਸ਼ੁੱਧ ਸਰੂਪ ਪਰਮੇਸ਼ਰ ਉਹਦੇ ਨਾਮ ਨੂੰ ਧਿਆ, ਉਹਨੂੰ ਧਿਆਏਗਾ ਤੂੰ ਵੀ ਸ਼ੁੱਧ ਹੋ ਜਾਏਗਾ। ਇਹ ਅੱਖਰ ਸ਼ੁੱਧ ਆ ਨਾ, ਸ਼ੁੱਧ ਅੱਖਰ ਨੂੰ ਧਿਆਵਾਂਗੇ ਮਨ ਸ਼ੁੱਧ ਹੋ ਜੂ। ਜੇ ਅਸ਼ੁੱਧ ਅੱਖਰ ਫਿਰ ਤਾਂ ਮਨ ਵੀ ਅਸ਼ੁੱਧ ਹੋਏਗਾ, ਮਨ ਪਵਿੱਤਰ ਹੋ ਜੂ। ਆ ਸਿਲਮੇ ਆ ਜਾਂ ਹੋਰ ਟੈਲੀਵਿਜ਼ਨ ਆ, ਉੱਥੇ ਹਰ ਵੇਲੇ ਗੰਦੇ ਗੀਤ ਆ, ਗੰਦੇ ਗੀਤ ਗਾਵਾਂਗੇ ਉਹ ਮਨ ਨੂੰ ਸ਼ੁੱਧ ਕਰਨਗੇ ਕਿ ਪਵਿੱਤਰ ਕਰਨਗੇ? ਸੰਸਾਰ ਜ਼ਿਆਦਾ ਇੱਧਰ ਲੱਗਾ ਹੋਇਆ। ਲਓ ਜੀ ਟਾਈਮ ਪਾਸ ਕਰ ਰਹੇ ਹਾਂ, ਟਾਈਮ ਪਾਸ ਨਹੀਂ, ਟਾਈਮ ਬਰਬਾਦ ਕਰ ਰਹੇ ਹੋ। ਸਮਾਂ ਪਾਸ ਕਰਨਾ ਸੰਗਤ ਵਿੱਚ, ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਚੰਗੇ ਗ੍ਰੰਥਾਂ ਦੀ ਵਿਚਾਰ ਪੜ੍ਹਦਿਆਂ ਸੁਣਦੇ, ਫਿਰ ਤਾਂ ਠੀਕ ਆ। ਜਾਂ ਆਪਣੀ ਕਿਰਤ ਕਰਦਿਆਂ, ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਅਤੇ ਜਿਹੜਾ ਇਹ ਤਾਂ ਸਮਾਂ ਬਰਬਾਦ ਆ। ਅਤੇ ਮਹਾਰਾਜ ਕਹਿੰਦੇ ਆ ਕਿ ਤੇਰਾ ਮੁਖੜਾ ਉਜਲ ਪਵਿੱਤਰ ਹੋ ਜਾਏਗਾ ਜੇ ਤੂੰ ਸ਼ੁੱਧ ਸਰੂਪੀ ਨਿਰੰਜਨ ਪਰਮੇਸ਼ਰ ਦੇ ਨਾਮ ਨੂੰ ਧਿਆਵੇਂਗਾ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਜਿਹੜੀ ਜਗ੍ਹਾ ਉਸ ਮਾਲਕ ਦਾ ਸਿਮਰਨ ਹੁੰਦਾ ਨਾ, ਆਦਿ ਵਿਆਧੀ ਉਪਾਧੀ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਇਹਨਾਂ ਤੋਂ ਗਤ ਛੁਟਕਾਰਾ ਹੋ ਜਾਂਦਾ, ਇਹ ਸਾਰੀਆਂ ਨਾਸ ਹੋ ਜਾਂਦੀਆਂ। ਇੱਕ ਵਾਰੀ ਉਹ ਗ੍ਰੰਥੀਆਂ ਨੇ ਕੈਨੇਡਾ 'ਚ ਪਾਠ ਰੱਖ ਲਿਆ, ਉਹਨਾਂ ਨੂੰ ਸੀ ਇੱਥੇ ਕੋਈ ਬਾਦਰੂਆਂ ਦਾ ਪਹਿਰਾ ਪੂਰਾ, ਉਹਨਾਂ ਨੂੰ ਵੀ ਇੱਥੇ ਗੱਫਾ ਗਹਿਰਾ ਮਿਲੂਗਾ ਕਿ ਜੇ ਭੱਜ ਗਿਆ ਨਾ ਭੂਤ ਨੇ, ਤੂੰ ਘਰ ਦੇ ਡਰਿਓ ਬਹੁਤ ਸੀ ਕਿ ਮਾਇਆ ਚੰਗੀ ਮਿਲੂਗੀ। ਅਤੇ ਉਹ ਫਿਰ ਜਿਹੜੇ ਕੈਨੇਡਾ ਚੜ੍ਹਿਆ ਅਤੇ ਫੋਨ ਆਉਣ ਵੀ ਬਾਬਾ ਜੀ ਹੁਣ ਸਾਡੀ ਲਾਰੇ ਰੱਖ ਲਓ, ਵੀ ਆਹ ਗੱਲ ਹੋ ਗਈ ਹੈ ਵੀ ਜੇ ਛੱਡ ਕੇ ਭੱਜ ਗਏ ਅਤੇ ਲੋਕ ਕਹਿਣਗੇ ਗ੍ਰੰਥੀ ਭੱਜ ਗਏ। ਮੈਂ ਕਿਹਾ ਵੀ ਗ੍ਰੰਥੀ ਉਦੋਂ ਤਾਂ ਗੱਫਾ ਗਹਿਰੇ ਵਾਸਤੇ ਚੱਲ ਗਿਆ ਸੀ, ਵੀ ਹੁਣ ਭੂਤਾਂ ਨਾਲ ਮੁਕਾਬਲਾ ਕਰੋ ਬਈ, ਭੂਤਨਿਆਂ ਨਾ। ਮੈਂ ਕਿਹਾ ਕੋਈ ਗੱਲ ਨਹੀਂ, ਘਬਰਾਓ ਨਾ, ਗੁਰੂ ਨਾਨਕ ਪਾਤਸ਼ਾਹ ਦਾ ਆਸਰਾ ਲਓ, ਤਗੜੇ ਹੋਵੋ। ਕਈ ਵਾਰੀ ਐਸਾ ਹੁੰਦਾ, ਉਹ ਗਏ ਸੀ ਭੂਤਨੇ ਕੱਢਣ ਅਤੇ ਆਪ ਭੂਤਾਂ ਤੋਂ ਭਗੌੜੇ ਹੋ ਗਏ। ਉਹ ਇਸ ਵਾਸਤੇ ਅਤੇ ਕਹਿੰਦੇ ਚੰਡੀ ਰੱਖ ਲਈ, ਚੰਡੀ ਦਾ ਜਾਪ ਕਰਨਾ। ਉਹ ਫਿਰ ਮੂੰਹ ਰਾਹੀਂ ਵੀ ਅਤੇ ਕਲਾ ਰਾਹੀਂ ਵੀ ਖੂਨ ਆਵੇ, ਬਾਬਾ ਜੀ ਚੰਡੀ। ਮੈਂ ਕਿਹਾ ਚੰਡੀ ਨੇ ਤਾਂ ਹੁਣ ਚੰਡਣਾ ਹੀ ਸੀ ਨਾ, ਚੰਡੀ ਨੇ ਚੰਡਣਾ ਸੀ, ਚੰਡੀ ਨੇ ਹੱਥ ਦਿਖਾਉਣਾ ਸੀ। ਦੇਖੋ ਦੇਖੀਆਂ ਸੁਣ ਕੇ ਕਈ ਅੱਜ ਕੱਲ੍ਹ ਅਸੀਂ ਜੀ ਬ੍ਰਹਮ ਕਵਚ, ਤੁਸੀਂ ਚੁੱਪ ਕਰਕੇ ਜਪਜੀ ਸਾਹਿਬ ਪੜ੍ਹੋ, ਸੁਖਮਨੀ ਪੜ੍ਹੋ, ਗਾਹਾਂ ਗਾਹਾਂ ਦੌੜੇ ਜਾਂਦੇ ਆ। ਗੱਜ ਕੇ ਬੋਲੋ, ਗਾਹਾਂ ਬਹੁਤ ਦੌੜ ਰਹੇ ਆ। ਪਹਿਲੇ ਡੰਡੇ ਨੂੰ ਹੱਥ ਪਿਆ ਨਹੀਂ, ਆਖਰੀ ਨੂੰ ਪਾਉਣਾ ਚਾਹੁੰਦੇ ਆ। ਇਉਂ ਨਹੀਂ ਕੰਮ ਚੱਲਦਾ। ਹਰ ਚੀਜ਼ ਸੀਮਾ ਵਿੱਚ ਹੁੰਦੀ ਹੈ, ਮਰਜ਼ਾਦਾ ਵਿੱਚ ਹੁੰਦੀ ਹੈ। ਕੋਈ ਨਿਯਮ ਵਿਧਾਨ ਹੁੰਦੇ ਆ, ਉਹਨਾਂ ਦੁਆਰਾ ਗੱਲਾਂ ਹੁੰਦੀਆਂ। ਬਸ ਸੁਣ ਸੁਣਾ ਕੇ ਟੇਪਾਂ, ਹੁਣ ਆ ਕੇ ਅਸੀਂ ਇਉਂ ਕਰ ਲਈਏ, ਦੇਖਾ ਦੇਖੀ ਸਾਧੇ ਜੋਗ ਛੀਜੇ ਕਾਇਆ ਵਾਢੇ ਰੋਗ, ਉਹ ਗੱਲ ਬਣ ਜਾਂਦੀ ਹੈ। ਪਾਤਸ਼ਾਹ ਦੱਸਦੇ ਹਨ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਨਿਤ ਹਮੇਸ਼ਾ ਸੁੱਖ ਦੇਣ ਵਾਲੀ ਕਿਹੜੀ ਚੀਜ਼ ਹੈ? ਉਹ ਨਿਰੰਜਨ ਪਰਮਾਤਮਾ ਦਾ ਨਾਮ ਹੈ। ਜ਼ਿਲ੍ਹੇ ਨੂੰ ਛੱਡ ਕੇ ਦਹਿਨੇਵੇਂ ਭੱਜਦੇ ਹਾਂ ਅਤੇ ਫਿਰ ਉਹ ਗੱਲ ਬਣਦੀ ਨਹੀਂ। ਇੱਕ ਪਰਮੇਸ਼ਰ ਦਾ ਨਾਮ ਜਿਹੜਾ ਸੁਖਦਾਈ ਹੈ, ਰੋਜ਼ ਸੁੱਖ ਦੇਣ ਵਾਲਾ, ਹਮੇਸ਼ਾ ਸੁੱਖ ਦੇਣ ਵਾਲਾ। ਇਸ ਕਰਕੇ ਕਹਿੰਦੇ ਨਿਤ ਹਮੇਸ਼ਾ ਵਾਸਤੇ ਉਹਦੇ ਨਾਮ ਨੂੰ ਧਿਆਉਣਾ ਕਰੀਏ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਮਿਹਰ ਕਰਦੇ ਹਨ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ। ਜਿਹੜੀ ਜਗ੍ਹਾ ਵੀ ਉਹਦਾ ਸਿਮਰਨ ਹੋ ਜਾਂਦਾ, ਜਿੰਨੀਆਂ ਆਦੀਆਂ ਵਿਆਧੀਆਂ ਉਪਾਧੀਆਂ ਸਰੀਰ ਦੇ ਰੋਗ ਆ, ਉੱਤੋਂ ਪੈਣ ਵਾਲੇ ਰੋਗ ਆ, ਉਹ ਸਾਰੇ ਦੇ ਸਾਰੇ ਨਾਸ ਹੋ ਜਾਂਦੇ ਹਨ। ਬਟ ਭਾਗੀ ਹਰ ਜਪਨਾ। ਪਰ ਸ਼ਰਤ ਇਹ ਹੈ, ਵੱਡਿਆਂ ਭਾਗਾਂ ਵਾਲੇ ਨਾਮ ਜਪਦੇ। ਨਹੀਂ ਜਪਣਾ ਬਹੁਤ ਔਖਾ, ਇਹ ਬੜਾ ਔਖਾ। ਉਹ ਛੱਜੂ ਭਗਤ ਹੁੰਦਾ ਸੀ, ਉਹ ਮਜ਼ਦੂਰਾਂ ਨੇ ਜਾਣਾ, ਕਹਿਣਾ ਬਾਬਾ ਬੜੀ ਮੌਜ ਲੈਂਦਾ, ਉਹ ਰੋਜ਼ ਟੀਚਰਾਂ ਕਰਾ। ਉਹਨੇ ਕਿਹਾ ਵੀ ਇਹਨਾਂ ਨੂੰ ਕਹੀਏ ਵੀ ਤੂੰ ਵੀ ਮੌਜ ਲੈ ਲਾ, ਮੌਜ ਕਿਹੜੀ ਕਿਸੇ ਦੇ ਪੇਟ ਦੀ ਹੈ। ਬਾਬਾ ਮੌਜ ਲੈਂਦਾ, ਤੁਸੀਂ ਮੌਜ ਲੈ ਲਓ।
ਉਹ ਕਹਿੰਦੇ ਗੁਰਮ ਪਿਆਰਿਓ ਅਸੀਂ ਵੀ ਥੋੜ੍ਹਾ ਜਿਹਾ ਕਾਰੋਬਾਰ ਜਿਹਾ ਕਰਾਉਣਾ ਚਾਹੁੰਦੇ ਹਾਂ, ਕੀ ਦਿਹਾੜੀ ਲੈਂਦੇ ਆਖਿਆ। ਕਹਿੰਦੇ ਚਲੋ ਡਬਲ ਦੇ ਦਿਆਂਗੇ, ਕੱਲ੍ਹ ਨੂੰ ਸਾਡੇ ਆ ਜਾਣ। ਕਹਿੰਦੇ ਮਹਾਰਾਜ ਅਸੀਂ 2-3 ਮਿਲ ਗਾਂਹ ਜਾਂਦੇ ਹਾਂ ਤਾਂ ਨੇੜੇ ਕੰਮ ਮਿਲ ਗਿਆ। ਕਹਿੰਦੇ ਠੀਕ ਹੈ। ਉਹ ਜਿਹੜੇ ਆ ਗਏ, ਕਹਿੰਦੇ ਲਓ ਵੀ ਆ ਸਰੋਂ ਦਾ ਤੇਲ ਆ, ਮਾਲਸ਼ਾਂ ਮੁਲਸ਼ਾਂ ਕਰੋ, ਸਾਬਣ ਪਿਆ, ਨਹਾਓ ਧੋ, ਚੰਗਾ ਪੀਣ ਨੂੰ ਖਾਣ ਨੂੰ ਦਿੱਤਾ ਵੀ ਅੱਜ ਰੈਸਟ ਰੁਸਟ ਕਰ ਲਓ, ਮਜ਼ਦੂਰੀ ਕਰਦੇ ਥੱਕੇ ਟੁੱਟੇ ਆ, ਕੱਲ੍ਹ ਨੂੰ ਕੰਮ ਸ਼ੁਰੂ ਕਰਾਂਗੇ। ਉਦਣ ਥੱਲੇ ਚਿਕੜੀਆਂ ਮਾਰਦੇ ਨਿਕਲ ਗਿਆ ਟਾਈਮ। ਦੂਏ ਦਿਨ ਉਹਨੂੰ ਕੀ ਕੀਤਾ, ਝੌਂਪੜੀਆਂ ਬਣਾਤੀਆਂ, ਅੰਦਰ ਮੂੜੇ ਡਾਹਤੇ, ਜੋਤਾਂ ਧੂਪ ਦਿਖਾਤੇ, ਕੁੰਭ ਨਾਰੀਅਲ ਰਾਤੇ ਅਤੇ ਸਰਦਾਈ ਬਦਾਮਾਂ ਵਾਲੀ ਪਿਲਾਤੀ, ਬੈਠੋ ਵੀ ਟਾਈਮ ਨਾਲ ਲੰਗਰ ਮਿਲੂਗਾ। ਅਤੇ ਇੰਨੀਆਂ ਮਾਲਾ ਫੇਰਨੀਆਂ, ਆਹ ਮਾਲਾ ਪਈ ਹੈ ਅੰਦਰ ਬਹਾਲਤੀ, ਅਤੇ ਬਾਹਰ ਨੰਗੀ ਤਲਵਾਰ ਦੇ ਪਹਿਰੇ। ਅਤੇ ਹੁਣ ਤਾਂ ਦੇਖਣ ਵੀ ਕਦੋਂ ਟਾਈਮ ਪਾਸ ਹੋਵੇ, ਦਿਹਾੜੀ ਨਾ ਲੰਘੇ। ਹਾਂਜੀ, ਸ਼ਾਮ ਨੂੰ ਹੋਇਆ ਅਤੇ ਦਿਹਾੜੀ ਡਬਲ ਦੇ ਦਿੱਤੀ। ਮਹਾਰਾਜ ਕੱਲ੍ਹ ਵੀ ਦਰਸ਼ਨ ਦਿਓ। ਕਹਿੰਦੇ ਮਹਾਰਾਜ ਇਹ ਕੰਮ ਮਾਲਾ ਫੇਰਨੀ ਬਾਬੇ ਉਹ ਤੁਹਾਡਾ ਹੀ ਆ। ਕਹਿੰਦੇ ਨਾ, ਕਹਿੰਦੇ ਬਾਬਾ ਮੌਜ ਬੜੀ ਲੈਂਦਾ। ਆਖਣ ਔਖਾ ਸਾਚਾ ਨਾਓ, ਇਹ ਵੀ ਬੜਾ ਔਖਾ ਹੈ, ਮੌਜ ਲੈਣ ਵੀ ਬੜੀ ਔਖੀ ਹੈ, ਕਹਿ ਦੇਣਾ ਸੌਖਾ ਹੁੰਦਾ। ਕਹਿੰਦੇ ਕੱਲ੍ਹ ਵੀ ਮਹਾਰਾਜ ਆ ਜਾਇਓ, ਦਿਹਾੜੀ ਡਬਲ ਮਿਲੇਗੀ। ਕਹਿੰਦੇ ਮਹਾਰਾਜ ਸਾਨੂੰ ਤਾਂ ਉਹੀ ਕਤਾਨਾਂ ਦੀ ਮਿੱਟੀ ਪੁੱਟਣੀ ਠੀਕ ਹੈ, ਟੋਕਰੀਆਂ ਢੋਣੀਆਂ। ਕਹਿੰਦੇ ਹੁਣ ਤਾਂ ਨਹੀਂ ਕਹੋਗੇ ਟੀਚਰ ਕਰੋਗੇ। ਕਹਿੰਦੇ ਤੁਸੀਂ ਟੀਚਰ ਜੋਗੇ ਛੱਡਿਆ ਹੀ ਨਹੀਂ, ਇਹੋ ਜਿਹਾ ਧੋ ਦਿੱਤੇ ਦਿਮਾਗ। ਅੱਜ ਕੱਲ੍ਹ ਵੀ ਇਹੋ ਜਿਹੇ ਬਹੁਤ ਹੁੰਦੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਵਡਭਾਗੀ ਹਰ ਜਪਨਾ, ਵੱਡਿਆਂ ਭਾਗਾਂ ਲਈ ਤੇਰਾ ਨਾਮ ਜਪਦੇ ਹਨ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਿਹੜੇ ਜਾਨੂ ਦੇ ਦਾਸ ਬਣ ਗਏ ਨਾ, ਮਹਾਰਾਜ ਨੇ ਉਹਨਾਂ ਨੂੰ ਇਹ ਮੱਤ ਦੇ ਦਿੱਤੀ ਹੈ। ਜਪ ਹਰ ਭਵ ਜਲ ਤਰਨਾ, ਇਹ ਗੁਰੂ ਪਿਆਰੋ, ਜੇ ਸੰਸਾਰ ਸਾਗਰ ਤਰਨਾ ਨਾ, ਪਰਮੇਸ਼ਰ ਦੇ ਨਾਮ ਦਾ ਭਜਨ ਸਿਮਰਨ ਕਰਕੇ ਇਹ ਸੰਸਾਰ ਤਰਿਆ ਜਾਂਦਾ ਹੈ। ਇਹ ਸਤਸੰਗੀਓ, ਗੁਰੂ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਚਾਰ ਸੁਣੇ ਅਤੇ ਉੱਥੇ ਦਰਬਾਰ ਸਾਹਿਬ ਜਿਹੜੀ ਦੁਰਘਟਨਾ ਹੋਈ ਉਹ ਤੁਸੀਂ ਸੁਣੇ ਲਈ ਹੋਣੀ ਹੈ, ਦੇਖ ਲਈ। ਇਹ ਭੁੱਲ ਗਏ ਵੀ ਇੱਥੇ ਮੱਸਾ ਰੰਗੜਨਾ ਆਹ ਕੁਝ ਹੋਇਆ, ਵੀ ਸਾਡੇ ਨਾਲ ਵੀ ਤਾਂ ਇਹੀ ਕੁਝ ਹੋਊ। ਉਹ ਦੇਰ ਹੋ ਗਈ ਨਾ, ਦੇਖ ਲਓ ਦੁਨੀਆਂ ਕਿੱਥੇ ਤੱਕ ਤੁਰੀ ਹੋ, ਕਿੱਧਰ ਨੂੰ ਸੰਸਾਰ ਤੁਰਿਆ ਹੋਇਆ। ਸੋ ਇਸ ਕਰਕੇ ਜਿਸ ਘਰ 'ਚੋਂ ਸ਼ਾਂਤੀ ਮਿਲਣੀ ਹੈ, ਜਿੱਥੇ ਪਾਪ ਬਖਸ਼ਾਉਣੇ ਆ, ਉੱਥੇ ਜਾ ਕੇ ਕਿੱਧਰ ਤੁਰੀਏ, ਕੌਣ ਕਰ ਰਿਹਾ, ਕੌਣ ਕਰਾ ਰਿਹਾ। ਇਹ ਹੁਣ ਵੋਟਾਂ ਨੇੜੇ ਆਈਆਂ ਨਾ, ਇਹੋ ਜਿਹਾ ਝਮੇਲਾ ਹੀ ਨਹੀਂ ਉਹ ਖੜਾ ਕਰਨਾ ਹੀ ਆ। ਇਹਨਾਂ ਦਾ ਧਿਆਨ ਦੂਏ ਪਾਸੇ ਕਰ ਦਿਓ ਵੀ ਸਿੱਖ ਬੈਠੇ ਟੇਕ ਕੇ ਬਹਿਣ ਨਹੀਂ ਦੇਣੇ। ਹਾਂ ਕੁਝ ਇਹ ਸੰਸਾਰ ਐਸਾ ਦਾ ਜਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਇਹ ਹਾਲਤ ਬਣੀ ਹੋਈ। ਤੁਸੀਂ ਵੀ ਗੁਰਦੁਆਰੇ 'ਚ ਬੈਠੇ ਆ, ਅੱਗੇ ਸ਼ਾਟਰ ਵੀ ਇਹੋ ਜਿਹੀ ਘਟਨਾ ਹੋਈ ਸੀ ਨਾ, ਮੇਰੇ ਅੱਖਾਂ ਹੀ ਮੀਟ ਕੇ ਨਾ ਬੈਠੇ ਰਿਹਾ ਕਰੋ, ਅੱਖਾਂ ਖੋਲ੍ਹ ਕੇ ਵੀ ਬੈਠਿਆ ਕਰੋ। ਥੋੜ੍ਹਾ ਜਿਹਾ ਸਾਵਧਾਨੀ ਨਾਲ, ਸਾਵਧਾਨ ਇਕਾਗਰ ਚੀਤ, ਸਾਵਧਾਨ ਵੀ ਹੋਣਾ, ਚਿੱਤ ਇਕਾਗਰ ਕਰਕੇ ਵੀ, ਅੰਦਰ ਬਾਹਰ ਦਾ ਵੀ ਖਿਆਲ ਰੱਖਣਾ, ਪਰਿਵਾਰਾਂ ਦਾ ਵੀ। ਐਸਾ ਨਹੀਂ ਰੱਖੋਗੇ, ਇਸਤਰੀ ਦੀ ਵੀ ਸੁਰੱਖਿਆ, ਬੱਚਿਆਂ ਦੀ ਵੀ ਕਰਨੀ ਪੈਣੀ। ਧਿਆਨ ਸਾਧਨਾ ਹਰ ਪਾਸੇ ਹੀ ਹੈ। ਸਿਹਤ ਦਾ ਧਿਆਨ ਹੀ ਕਰੋ, ਇਹ ਵੀ ਵਿਗੜ ਜਾਊਗੀ। ਕਾਰੋਬਾਰ ਦਾ ਧਿਆਨ ਇਹ ਵੀ ਵਿਗੜ ਜਾਊ। ਬੱਚੇ ਬੱਚਿਆਂ ਦਾ ਧਿਆਨ ਨਹੀਂ ਕਰੋਗੇ, ਇਹ ਵੀ ਵਿਗੜ ਜਾਣਗੇ। ਦੇਸ਼ ਕੌਮ ਸਮਾਜ ਦਾ ਧਿਆਨ, ਇਹ ਵੀ ਸਾਰਾ ਢਾਂਚਾ ਤਹਿਸ ਨਹਿਸ ਹੋ ਜਾਊ। ਧਿਆਨ ਇਕੱਲਾ ਇਹ ਹੀ ਨਹੀਂ ਕਿ ਅੰਦਰ ਬਹਿ ਕੇ ਕੁੰਡੀ ਲਾ ਕੇ ਅੱਖਾਂ ਮੀਟ ਕੇ, ਧਿਆਨ ਦੀ ਲੋੜ ਹਰ ਪਾਸੇ ਪੈਂਦੀ ਹੈ। ਧਿਆਨ ਸਾਧਨਾ, ਇਹ ਧਿਆਨ ਦੀ ਸਾਧਨਾ 4 ਚੁਫੇਰੇ ਹੀ ਹੈ। ਜੇ 4 ਚੁਫੇਰੇ ਧਿਆਨ ਰੱਖਾਂਗੇ ਫਿਰ ਤਾਂ ਬਚਾ ਰਹੂ। ਅਤੇ ਜੇ ਤੁਸੀਂ ਅੱਖਾਂ ਮੀਟ ਕੇ ਬੈਠੇ ਰਹੇ, ਇੱਕ ਉਹ ਬੀਬੀ ਹੁੰਦੀ ਸੀ, ਪਹਿਲਾਂ ਤਾਂ ਅੰਮ੍ਰਿਤ ਵੀ ਛਕਿਆ ਸੀ, ਸੁਖਮਣੀ ਪੜ੍ਹਦੀ, ਉਹਨੂੰ ਪ੍ਰੇਰਕ ਲਾਉਂਦੀ, ਫਿਰ ਉਹ ਬ੍ਰਹਮ ਕੁਮਾਰੀਆਂ ਦੀ ਚੇਲੀ ਬਣ ਗਈ।
ਉਹ ਥੱਲੇ ਰੁਣ ਝੁਣ ਕਰੇ, ਉੱਤੇ ਪਤੀ ਦਾ ਹਾਲਟ ਫੇਲ ਹੋ ਗਿਆ। ਤੇ ਮੈਂ ਕਿਹਾ ਤੂੰ ਧਿਆਨ ਕਰਕੇ ਬੈਠੀ ਸੀ, ਇੰਨੀ 10 ਵਾਰ ਚੜ੍ਹ ਗਈ ਨਾ, ਪਤਾ ਲੱਗਾ ਪਤੀ ਦਾ ਹਾਲਟ ਫੇਲ ਹੋ ਗਿਆ, ਫਿਰ ਮਰਨ ਲੱਗਾ। ਪਾਣੀ ਮੰਗਦਾ ਸੀ ਕਿ ਨਹੀਂ, ਦਵਾਈ ਦੀ ਲੋੜ ਸੀ। ਅੱਜ ਕੱਲ੍ਹ ਇਹੋ ਜਿਹਾ ਧਿਆਨ ਬਣੇ ਹੋਇਆ। ਧਿਆਨ ਤੇ 4 ਫੇਰ ਰੱਖਣਾ ਪਏਗਾ। ਮਾਂ ਪਿਓ ਬਿਮਾਰ ਆ, ਉਹਨਾਂ ਦੀ ਸੇਵਾ ਦਾ, ਰੋਟੀ ਪਾਣੀ ਦਾ, ਬੱਚੇ ਬੱਚੀਆਂ ਦਾ, ਆਪਣਾ ਵੀ, ਕਾਰੋਬਾਰ ਦਾ ਵੀ, ਦੇਸ਼ ਕੌਮ ਦਾ ਵੀ, ਗੁਰਦੁਆਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਵੀ ਧਿਆਨ ਤਾਂ ਰੱਖਣਾ ਹੀ ਪੈਣਾ ਨਾ। ਹੁਣ ਇੱਥੇ ਤਾਂ ਚਲੋ ਕੁੱਤੇ ਵੇਲੇ ਘੱਟ ਆਉਂਦੇ, ਆਪਣੀ ਇੰਡੀਆ ਤੋਂ ਬਾਹਰ ਬਹੁਤ ਘੁੰਮਦੇ ਆ, ਅਤੇ ਨਾ ਰੱਖਾਂਗੇ ਤਾਂ ਕੁੱਤੇ ਆ ਕੇ ਪ੍ਰਸ਼ਾਦ ਨੂੰ ਚਿੰਬੜ ਜਾਣਗੇ। ਅਤੇ ਜੇ ਬਹੁਤੇ ਬ੍ਰਹਮ ਗਿਆਨੀ ਬਣੋਗੇ ਫਿਰ ਤਾਂ ਪ੍ਰਸ਼ਾਦ ਵੀ ਪ੍ਰਸ਼ਾਦ ਨਹੀਂ ਰਹੂਗਾ। ਗੱਜ ਕੇ ਬੋਲੋ। ਧਿਆਨ ਰੱਖਣਾ ਪੈਂਦਾ ਹੈ। 4 ਚੁਫੇਰੇ ਦਾ ਹੀ ਇੱਕ ਪਾਸੇ ਧਿਆਨ ਕਰ ਲਿਆ, ਦੂਏ ਪਾਸੇ ਦਾ ਨਹੀਂ ਕੀਤਾ, ਉਹ ਦੂਆ ਪਾਸਾ ਵਿਗੜ ਜਾਏਗਾ ਹਰ ਪਾਸੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜਨ ਨਾਨਕ ਕੋ ਗੁਰ ਇਹ ਮੱਤ ਦਿੱਤੀ। ਉਹਨਾਂ ਜਨਾਂ ਨੂੰ ਗੁਰੂ ਮਹਾਰਾਜ ਨੇ ਮੱਤ ਦਿੱਤੀ। ਕੀ ਮੱਤ ਦਿੱਤੀ? ਜਪ ਹਰ ਭਵ ਜਲ ਤਰਨਾ। ਜਪਦਿਆਂ ਜਪਦਿਆਂ ਜਿੰਨਾ ਮਨ ਬੁੱਧੀ ਇੰਦਰੀਆਂ ਦੇ ਵਿਕਾਰ, ਇਹਨਾਂ ਨੂੰ ਕਾਬੂ ਕਰਕੇ ਜਪਣਾ, ਕਾਬੂ ਕਰਨ ਲਈ ਜਪਣਾ। ਜੇ ਇਸ ਤਰ੍ਹਾਂ ਜਾਪ ਕਰੋਗੇ ਸੰਸਾਰ ਸਾਗਰ ਤੋਂ ਤਰ ਜਾਓਗੇ। ਅਤੇ ਜੇ ਜਿਵੇਂ ਅੱਜ ਕੱਲ੍ਹ ਚੱਲਦਾ ਹੀ ਹੈ ਫਿਰ ਤਾਂ ਮੁਸ਼ਕਿਲ ਹੋ ਜਾਏਗੀ। ਇਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਪਵਿੱਤਰ ਉਪਦੇਸ਼ ਸਰਵਣ ਕਰਨ ਦਾ ਸੁਭਾਗ ਮਿਲਿਆ। ਅਗਰ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰਾਂਗੇ ਅਤੇ ਲੋਕ ਪਰਲੋਕ ਯਾਤਰਾ ਸਫਲ ਹੋਏਗੀ। ਇੰਨੀਆਂ ਬੇਨਤੀਆਂ ਮਹਾਰਾਜ ਕਿਰਪਾ ਕਰਨ। ਆਈ ਸੰਗਤ ਨੂੰ ਜੀ ਆਇਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ ਸਮੁੱਚੇ ਰੂਪ 'ਚ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।